गुरु गोबिंद सिंह जी बनाई हुई कौम है, एक खालसे की सिरजी हुई कौम है। सानू दस्या गुरु दशमेश जी ने, सानू दस्या गुरु दशमेश जी ने कि मौत विचों ही जिंदगी पाई दी है। जेकर लाड़ी आजादी दा चाह होवे पहला हस के मौत व्याही दी है। जे जेड़ा सिੱਖੀ ਸਕੂਲ ਵਿੱਚ ਹੋਇਆ ਦਾਖਲ ਉਹਨੂੰ ਇਹੋ ਹੀ ਸਬਕ ਸਿਖਾਈਦਾ ਹੈ, ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਹੀਂ, ਚੋਲਾ ਇੱਕ ਲਾ ਕੇ ਤੇ ਦੂਜਾ ਪਾਈਦਾ ਹੈ। ਸਭ ਤੋਂ ਪਹਿਲਾਂ ਗੱਜ ਕੇ ਇੱਕ ਵਾਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨਾ ਕੁ ਗੱਜ ਕੇ ਬੁਲਾਓ ਕਿ ਦਿੱਲੀ ਤੱਕ ਆਵਾਜ਼ਾਂ ਜਾਣ, ਇੱਕ ਵਾਰ ਉਹਨਾਂ ਦੇ ਕੰਨ ਹਿੱਲ ਜਾਣ ਵੀ ਇਹ ਸਾਰੇ ਇਕੱਠੇ ਕਿਵੇਂ ਬੈਠੇ ਆ। ਬਹੁਤ ਕੋਸ਼ਿਸ਼ਾਂ ਕੀਤੀਆਂ ਸੀ ਉਹਨਾਂ ਨੇ ਸਾਨੂੰ ਵੰਡਣ ਦੀਆਂ, ਅੱਜ ਉਹਨਾਂ ਦੀਆਂ ਕੋਸ਼ਿਸ਼ਾਂ ਤੇ ਆ ਪਾਣੀ ਫਿਰਦਾ ਵੇਖ ਲਓ। ਅਸੀਂ ਇਕੱਠੇ ਹੋ ਕੇ ਬੈਠੇ ਆ ਤੇ ਆ ਏਕਾ ਸਦਾ ਬਰਕਰਾਰ ਰੱਖਿਓ। ਮੈਂ ਇੱਥੇ ਖਾਸ ਤੌਰ ਤੇ ਆਪਣੀਆਂ ਮਾਵਾਂ, ਆਪਣੀਆਂ ਭੈਣਾਂ, ਬੱਚੀਆਂ ਨੂੰ ਸ਼ੁਕਰੀਆ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਨਾਲ ਦੋ ਬਹੁਤ ਸਪੈਸ਼ਲ ਗੈਸਟ ਨੇ ਔਰ ਅਸੀਂ ਗੱਲਬਾਤ ਕਰਨੀ ਆ ਜਿਹੜੀ ਆ ਪ੍ਰੋਟੈਸਟ ਚੱਲ ਰਹੀ ਆ ਦਿੱਲੀ ਦੇ ਵਿੱਚ। ਦੁਨੀਆ ਤੋਂ ਸਭ ਤੋਂ ਬੜੀ ਪ੍ਰੋਟੈਸਟ, ਲਾਰਜੈਸਟ ਪ੍ਰੋਟੈਸਟ ਆ ਔਰ ਜਿਸ ਤਰ੍ਹਾਂ ਸਾਨੂੰ ਪਤਾ ਹੈ ਇਹ ਗਲੋਬਲ ਹੋ ਗਈ ਆ। ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਇਹਦੇ ਬਾਰੇ ਗੱਲਬਾਤ ਹੋ ਰਹੀ ਆ। ਤਾਂ ਆਪਣੇ ਜਿੱਥੇ ਆਪਣੀ ਸਪੈਸ਼ਲੀ ਪੰਜਾਬੀ ਕਮਿਊਨਿਟੀ ਆ ਉਹਨਾਂ ਦਾ ਧਿਆਨ ਉੱਥੇ ਦਿੱਲੀ ਤੇ ਰਹਿੰਦਾ ਆ। ਬੋਰਡਰਾਂ ਤੇ ਵੀ ਕੀ ਹੋ ਰਿਹਾ ਆ, ਸਾਡੇ ਜਿਹੜੇ ਭੈਣ ਭਰਾ ਆ ਉੱਥੇ ਉਹਨਾਂ ਨਾਲ ਕੀ ਬੀਤ ਰਿਹਾ ਹੈ, ਕੀ ਉਹਨਾਂ ਦਾ ਹਾਲ ਆ। ਤਾਂ ਸਾਰੇ ਇਹੀ ਅਰਦਾਸ ਕਰਦੇ ਆ ਵੀ ਛੇਤੀ ਤੋਂ ਛੇਤੀ ਇਹ ਗੱਲ ਸੋਲਵ ਹੋਵੇ, ਇਹਦਾ ਹੱਲ ਹੋਵੇ ਔਰ ਬਾਕੀ ਸਾਰੇ ਸੁੱਖ ਸਲਾਮਤ ਆਪਣੇ ਘਰਾਂ ਨੂੰ ਜਾਣ। ਤਾਂ ਅੱਜ ਅਸੀਂ ਜਿਹੜੀ ਖਾਸ ਗੱਲ ਕਰਨੀ ਆ ਉਹ ਇਹ ਆ ਵੀ ਜਿਹੜੇ ਆਪਣੇ ਲੇਡੀਜ਼ ਆ, ਆਪਣੀਆਂ ਭੈਣਾਂ, ਆਪਣੀਆਂ ਮਾਵਾਂ, ਆਪਣੀਆਂ ਬੱਚੀਆਂ, ਉਹਨਾਂ ਦਾ ਕੀ ਰੋਲ ਆ ਇਸ ਪ੍ਰੋਟੈਸਟ ਦੇ ਵਿੱਚ। ਹੋ ਸਕਦਾ ਕਿਸੇ ਨਾ ਕਿਸੇ ਤੌਰ ਮੀਡੀਆ ਦੇ ਵਿੱਚ ਨਹੀਂ ਹਾਈਲਾਈਟ ਹੁੰਦਾ, ਪਰ ਅੱਜ ਅਸੀਂ ਗੱਲਬਾਤ ਕਰਨੀ ਆ। ਸਾਡੇ ਨਾਲ ਹੈਗੇ ਆ ਹਰਮਨ ਥਿੰਦ ਐਂਡ ਅਸੀਂ ਬਹੁਤ ਥੈਂਕਫੁਲ ਆ ਹਰਮਨ ਜੀ ਤੁਸੀਂ ਆਏ ਸਾਡੇ ਨਾਲ ਟਾਈਮ ਸਪੈਂਡ ਕਰਨੇ ਨੂੰ। ਔਰ ਹਰਮਨ ਹੈਗੇ ਆ ਪ੍ਰਾਈਮ ਏਸ਼ੀਆ ਟੀਵੀ ਦੇ ਐਂਕਰ ਔਰ ਜੱਜ ਦਾ ਵਿਚਾਰ ਸਵਰਨ ਟੈਨੀ ਦੇ ਨਾਲ ਤੁਸੀਂ ਇਹਨਾਂ ਨੂੰ ਦੇਖਿਆ ਹੋਊਗਾ। ਸੋ ਥੈਂਕ ਯੂ ਜੀ। ਥੈਂਕ ਯੂ ਸੋ ਮਚ ਭੈਣ ਜੀ, ਮੈਨੂੰ ਇਹ ਮੌਕਾ ਦੇਣ ਦੇ ਲਈ ਕਿ ਇੱਥੇ ਬੈਠ ਕੇ ਜੋ ਕੁਝ ਵੀ ਉਸ ਅੰਦੋਲਨ ਦੇ ਵਿੱਚ ਵਿਚਰਦਿਆਂ ਵੇਖਿਆ, ਜੋ ਕੁਝ ਸਮਝਿਆ, ਜੋ ਕੁਝ ਅਹਿਸਾਸ ਕੀਤਾ, ਉਹ ਇੱਥੇ ਸਾਰਿਆਂ ਦੇ ਨਾਲ ਸਾਂਝਾ ਕਰਨ ਦਾ ਮੌਕਾ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਹਰਮਨ। ਔਰ ਫਿਰ ਸਾਡੇ ਨਾਲ ਹੈਗੇ ਆ ਨਾਜ਼ੀਆ ਸਾਡੀ ਜਿਹੜੀ ਖਾਲਸਾ ਏਡ ਇੰਡੀਆ ਦੀ ਟੀਮ ਆ ਉਹਦੇ ਕੋਰ ਮੈਂਬਰ ਆ। ਤਾਂ ਇਹਨੇ ਕਾਫੀ ਮਿਸ਼ਨਸ ਦੇ ਵਿੱਚ ਵੀ ਹਿੱਸਾ ਲਿਆ ਹੈ ਅਕ੍ਰੋਸ ਇੰਡੀਆ ਔਰ ਉੱਥੇ ਅੰਦੋਲਨ ਦੇ ਵਿੱਚ ਵੀ ਜਾਂਦੇ ਰਹੇ ਆ ਔਰ ਔਨ ਦਾ ਗਰਾਊਂਡ ਜੋ ਐਕਸਪੀਰੀਅੰਸ ਇਹਨਾਂ ਦਾ ਉਹ ਸਾਡੇ ਨਾਲ ਸ਼ੇਅਰ ਕਰੋਗੇ। ਨਾਜ਼ੀਆ ਜੀ ਕਿੱਦਾਂ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਬਲਪੈਨ ਜੀ। ਹਾਂਜੀ ਮੈਂ ਬਹੁਤ ਠੀਕ ਹਾਂ ਤੇ ਥੈਂਕ ਯੂ ਇਹ ਪਲੇਟਫਾਰਮ ਦੇਣ ਲਈ ਕਿ ਆਪਾਂ ਇਹ ਬਹੁਤ ਇੰਪੋਰਟੈਂਟ ਤੇ ਬਹੁਤ ਸਿਗਨੀਫੀਕੈਂਟ ਰੋਲ ਹੈ ਵਿਮਨ ਦਾ ਇਸ ਪ੍ਰੋਟੈਸਟ ਦੇ ਵਿੱਚ, ਉਹਨੂੰ ਆਪਾਂ ਡਿਸਕਸ ਕਰ ਸਕੀਏ। ਐਂਡ ਯਾ ਹਰਮਨ ਜੀ ਪਹਿਲਾਂ ਮੈਂ ਤੁਹਾਡੇ ਨਾਲ ਆਉਂਗੀ। ਤੁਸੀਂ ਹੁਣ ਮੀਡੀਆ ਦੇ ਵਿੱਚ ਕਾਫੀ ਤੁਹਾਡਾ ਰੋਲ ਹੈਗਾ ਆ, ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜੋ ਮੀਡੀਆ ਕਵਰੇਜ ਆ ਉਹ ਜ਼ਿਆਦਾ ਕਰਕੇ ਜਿਹੜੇ ਜੈਂਟਸ ਆ ਉਹਨਾਂ ਨੂੰ ਕਵਰ ਕਰ ਰਿਹਾ ਜਾਂ ਲੇਡੀਜ਼ ਦਾ ਵੀ ਉਤਨੀ ਕਵਰੇਜ ਹੋ ਰਹੀ ਆ ਜੋ ਪ੍ਰੋਟੈਸਟ ਤੇ ਬੈਠੇ ਆ, ਜੋ ਨਾਲ ਹਿੱਸਾ ਦੇ ਰਹੇ ਆ? ਤੁਹਾਡੇ ਐਕਸਪੀਰੀਅੰਸ ਦੇ ਵਿੱਚ ਕੀ ਤੁਹਾਨੂੰ ਲੱਗਦਾ? ਦੇਖੋ ਭੈਣ ਜੀ, ਮੈਨੂੰ ਲੱਗਦਾ ਕਿ ਇਹਦੇ ਦੋ ਪੱਖ ਨੇ। ਆਪਾਂ ਜੇ ਦੋਵਾਂ ਦੇ ਵੱਲ ਧਿਆਨ ਦਈਏ, ਪਹਿਲੀ ਚੀਜ਼ ਇਹ ਹੈ ਕਿ ਲੇਡੀਜ਼ ਚਾਹੇ ਅੱਜ ਉਸ ਅੰਦੋਲਨ ਦਾ ਹਿੱਸਾ ਨੇ ਔਰ ਬਹੁਤ ਵਧੀਆ ਰੋਲ ਅਦਾ ਕਰ ਰਹੀਆਂ ਨੇ, ਪਰ ਇਹਦੇ ਨਾਲ ਇੱਕ ਚੀਜ਼ ਹੋਰ ਹੈ ਕਿ ਹਰੇਕ ਲੇਡੀ ਜਿਹੜੀ ਉਹ ਖੁੱਲ ਕੇ ਕੈਮਰੇ ਅੱਗੇ, ਮਾਈਕ ਅੱਗੇ ਆ ਕੇ ਬੋਲਣ ਲਈ ਤਿਆਰ ਨਹੀਂ ਹੁੰਦੀ। ਆਪਾਂ ਵੀ ਜਦੋਂ ਪਹਿਲੀ ਵਾਰ ਕੈਮਰਾ ਫੇਸ ਕੀਤਾ, ਮਾਈਕ ਵੇਖਿਆ ਤੇ ਉਹ ਘਬਰਾਹਟ, ਉਹ ਡਰ ਹਰ ਕਿਸੇ ਦੇ ਮਨ 'ਚ ਸੁਭਾਵਿਕ ਹੁੰਦਾ, ਕੋਈ ਵੀ ਯੂਜ਼ਡ ਟੂ ਨਹੀਂ ਹੁੰਦਾ। ਸੋ ਮੇਬੀ ਮੈਨੂੰ ਲੱਗਦਾ ਕਿ ਇੱਕ ਜਿਹੜੀ ਲੇਡੀਜ਼ ਨੂੰ ਜ਼ਿਆਦਾ ਕਵਰੇਜ ਨਹੀਂ ਮਿਲ ਪਾ ਰਹੀ, ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਸ਼ਾਇਦ ਹੋ ਸਕਦਾ ਹੈ ਕਿ ਜ਼ਿਆਦਾ ਖੁੱਲ ਕੇ ਲੇਡੀਜ਼ ਕਈ ਵਾਰ ਕੈਮਰੇ ਅੱਗੇ ਬੋਲ ਨਹੀਂ ਪਾਉਂਦੀਆਂ। ਪਰ ਨੋ ਡਾਊਟ ਜਿੰਨੀਆਂ ਵੀ ਲੇਡੀਜ਼ ਇਸ ਵੇਲੇ ਅੱਗੇ ਆ ਰਹੀਆਂ ਨੇ ਜਾਂ ਆਪਣੇ ਵਿਚਾਰ ਰੱਖ ਰਹੀਆਂ ਨੇ ਜਾਂ ਜੋ ਵੀ ਉੱਥੇ ਸਾਰਾ ਕੁਝ ਹੋ ਰਿਹਾ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਉਹ ਬਹੁਤ ਅੱਛੀ ਤੇ ਅਹਿਮ ਭੂਮਿਕਾ ਨਿਭਾ ਰਹੀਆਂ ਨੇ। ਜਿੱਥੋਂ ਤੱਕ ਮੀਡੀਆ ਲਾਈਨ ਦੀ ਗੱਲ ਹੈ, ਨੈਸ਼ਨਲ ਮੀਡੀਆ ਕਿੱਥੇ ਤੱਕ ਪਹੁੰਚ ਚੁੱਕਿਆ ਹੈ ਤੇ ਇਸ ਵੇਲੇ ਨੈਸ਼ਨਲ ਮੀਡੀਆ ਦੇ ਸਿਰ ਕਿਹੋ ਜਿਹੇ ਮਿਹਣੇ ਲੋਕ ਦੇ ਰਹੇ ਨੇ ਇਹ ਆਪਾਂ ਸਾਰੇ ਜਾਣਦੇ ਹਾਂ। ਕਿਸੇ ਤੋਂ ਵੀ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ਾਂ ਲੁਕੀਆਂ ਨਹੀਂ। ਪਰ ਔਨ ਦਾ ਅਦਰ ਹੈਂਡ ਪੰਜਾਬੀ ਮੀਡੀਆ ਜੋ ਲੋਕਲ ਮੀਡੀਆ ਹੈ ਜਾਂ ਜੇ ਇੰਟਰਨੈਸ਼ਨਲ ਮੀਡੀਆ ਦੀ ਮੈਂ ਗੱਲ ਕਰਾਂ, ਚਾਹੇ ਉਹ BBC ਹੋਏ, ਚਾਹੇ ਉਹ ਪ੍ਰਾਈਮ ਏਸ਼ੀਆ ਟੀਵੀ ਹੋਏ, ਚਾਹੇ ਉਹ ਕੋਈ ਵੀ ਹੋਰ ਚੈਨਲ ਹੋਏ, ਉਹ ਬਹੁਤ ਅੱਛੀ ਕਵਰੇਜ ਦੇ ਰਹੇ ਨੇ। ਉਹ ਲੇਡੀਜ਼ ਦੇ ਨਾਲ ਵੀ ਖੁੱਲ ਕੇ ਗੱਲਬਾਤ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਇੰਟਰਨੈਸ਼ਨਲ ਮੀਡੀਆ ਤੇ ਲੋਕਲ ਮੀਡੀਆ ਹੀ ਹੈ ਜਿਹਦੇ ਕਰਕੇ
ਜੋ ਲੇਡੀਜ਼ ਦੀ ਉੱਥੇ ਕਾਰਗੁਜ਼ਾਰੀ ਹੈ ਉਹ ਸਾਰਿਆਂ ਦੇ ਸਾਹਮਣੇ ਆਈ ਹੈ। ਥੈਂਕ ਯੂ ਜੀ। ਔਰ ਜਿਸ ਤਰ੍ਹਾਂ ਸਾਨੂੰ ਪਤਾ ਆ, ਬਦਨਾਮ ਕਰਨੇ ਦੀ ਵੀ ਕਾਫੀ ਕੋਸ਼ਿਸ਼ ਕੀਤੀ ਗਈ ਪਿਛਲੇ ਦਿਨਾਂ 'ਚ, ਵੀ ਇਹ 100 ਰੁਪਏ ਦਿਹਾੜੀ ਤੇ ਆਉਂਦੇ ਆ ਵਗੈਰਾ ਵਗੈਰਾ। ਚੰਗੀ ਗੱਲ ਆ ਵੀ ਉਹ ਨਹੀਂ, ਉਹਨੂੰ ਬਹੁਤਾ ਬੜਾਵਾ ਮਿਲਿਆ ਔਰ ਉਹ ਥਾਂ ਹੀ ਲੋਕਾਂ ਨੇ ਉਹ ਚੁੱਪ ਹੀ ਕਰਾਤਾ। ਜਿਹੜੀ ਸਾਡੀ ਬੀਬੀ ਦੇ ਬਾਰੇ ਗੱਲ ਕੀਤੀ ਸੀਗੀ, ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦੀ ਜਿਹਨੇ ਕੀਤੀ ਆ, ਉਹਨਾਂ ਨੂੰ ਆਪੇ ਖੁਦ ਜਵਾਬ ਮਿਲ ਗਿਆ ਜੋ ਨਹੀਂ ਗੰਦੀਆਂ ਹਰਕਤਾਂ ਕੀਤੀਆਂ ਆ। ਪਰ ਸਾਨੂੰ ਬਹੁਤ ਮਾਣ ਵਾਲੀ ਗੱਲ ਆ ਭਈ ਸਾਡੇ ਇੱਕ ਇਸ ਟਾਈਮ ਸਾਰੇ ਇਕੱਠੇ ਹੋ ਕੇ ਖੜੇ ਆ ਔਰ ਇੱਕ ਮਾਤਾ ਤੇ ਕਿਸੇ ਨੇ ਸਵਾਲ ਉਠਾਇਆ ਤਾਂ ਸਾਰੇ ਇੱਕਦਮ ਹੋ ਕੇ ਉਧਰ ਨੂੰ ਹੋ ਗਏ ਭਈ ਤੁਸੀਂ, ਤੁਹਾਡਾ ਹਿੰਮਤ ਕਿੱਦਾਂ ਪਈ ਸਾਡੀ ਮਾਂ ਨੂੰ ਕੁਝ ਕਹਿਣ ਨੂੰ। ਇਹ ਬਹੁਤ ਚੰਗੀ ਗੱਲ ਮਿਲ ਰਹੀ ਆ ਦੇਖਣ ਨੂੰ ਇਸ ਟਾਈਮ। ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਿ ਅਸੀਂ ਗਲਤ ਦੇ ਖਿਲਾਫ ਬਹੁਤ ਜਲਦੀ ਖੜ ਜਾਂਦੇ ਆ। ਇਹ ਸਾਨੂੰ ਸਾਡੇ ਗੁਰਾਂ ਤੋਂ ਬਖਸ਼ਿਸ਼ ਮਿਲੀ ਹੋਈ ਹੈ, ਸਾਡੀ ਧਰਤੀ ਤੋਂ, ਸਾਡੇ ਪਾਣੀ ਤੋਂ, ਈਵਨ ਮੈਂ ਕਹਿ ਸਕਦੀ ਹਾਂ ਵੀ ਅਸੀਂ ਇਹ ਸਾਰਾ ਕੁਝ ਸਿੱਖਿਆ ਹੈ ਕਿ ਅਸੀਂ ਗਲਤ ਦੇ ਖਿਲਾਫ ਬਹੁਤ ਜਲਦੀ ਖੜਦੇ ਹਾਂ ਤੇ ਖੜਨਾ ਵੀ ਚਾਹੀਦਾ, ਸਾਰਿਆਂ ਨੂੰ ਚਾਹੀਦਾ। ਬਿਲਕੁਲ ਬਿਲਕੁਲ। ਨਾਜ਼ੀਆ, ਤੁਹਾਡਾ ਔਨ ਦ ਗਰਾਊਂਡ ਐਕਸਪੀਰੀਅੰਸ ਕੀ ਰਿਹਾ ਉੱਥੇ? ਕਿਸ ਤਰ੍ਹਾਂ ਆਪਣੇ ਲੇਡੀਜ਼ ਦੇ ਵਿੱਚ ਇਮੋਸ਼ਨਸ ਨੇ, ਕੀ ਫੀਲਿੰਗਸ ਆ, ਕੀ ਸ਼ੇਅਰ ਕਰਦੇ ਹੋ ਉੱਥੇ? ਉੱਥੇ ਔਨ ਗਰਾਊਂਡ ਵੱਲ ਭੈਣ ਜੀ ਇਸ 'ਚ ਕੋਈ ਡਾਊਟਸ ਨਹੀਂ ਹੈਗੇ ਵੀ ਔਰਤਾਂ ਦਾ, ਕੁੜੀਆਂ ਦਾ, ਫੀਮੇਲਸ ਦਾ ਇੱਕ ਬਹੁਤ ਹੀ ਜ਼ਿਆਦਾ ਕ੍ਰੂਸ਼ਲ ਰੋਲ ਰਿਹਾ ਪੂਰੀ ਮੂਵਮੈਂਟ ਵਿੱਚ। ਆਈ ਆਲਸੋ ਫੀਲ ਕਿ ਇਸ ਮੂਵਮੈਂਟ ਦੇ ਨਾਲ ਜਿਹੜੀ ਕੁੜੀਆਂ ਨੇ, ਜਿਹੜੀ ਯੂਥ ਹੈ, ਉਹਨੂੰ ਇੱਕ ਡਾਇਰੈਕਸ਼ਨ ਮਿਲ ਗਈ ਹੈ। ਜੋ ਪਹਿਲਾਂ ਲੋਕੀ ਕਹਿੰਦੇ ਸੀ ਵੀ ਪੰਜਾਬ ਦਾ ਜੋ ਵੀ ਗੱਲਾਂ ਬਣਾਈਆਂ ਜਾਂਦੀਆਂ ਸੀ, ਮਤਲਬ ਹੁਣ ਇੱਕ ਡੈਫੀਨਿਟ ਡਾਇਰੈਕਸ਼ਨ ਮਿਲ ਗਈ ਹੈ। ਯੂਥ ਨੇ, ਸਪੈਸ਼ਲੀ ਕੁੜੀਆਂ ਨੇ ਆਪਣਾ ਪੋਟੈਂਸ਼ੀਅਲ ਬਹੁਤ ਰਿਅਲਾਈਜ਼ ਕੀਤਾ ਹੈ, ਉਹ ਅੱਗੇ ਵੱਧ ਕੇ ਆ ਰਹੀਆਂ। ਆਈ ਹੈਵ ਸੀਨ ਬ੍ਰਿਲੀਅੰਟ ਸਪੀਕਰਸ ਜਿਨ੍ਹਾਂ ਨੇ ਸਟੇਜ ਟਿਕਰੀ ਬਾਰਡਰ ਤੇ, ਕਿੰਨੀਆਂ ਹੀ ਕੁੜੀਆਂ ਨੇ, ਕਿੰਨੇ ਹੀ ਸਟੂਡੈਂਟਸ ਨੇ, ਯੂਨੀਵਰਸਿਟੀਜ਼ ਨੇ, ਬੀਬੀਆਂ ਨੇ, ਕਿਸਾਨ ਮੋਰਚੇ ਦੀਆਂ, BKU ਦੀਆਂ ਯੂਨੀਅਨਸ ਦੇ, ਜਿਨ੍ਹਾਂ ਨੇ ਬਹੁਤ ਵਧੀਆ ਬੁਲਾਰੇ ਨੇ, ਜਿਹੜੇ ਵਧੀਆ ਤਰਕ ਦੀ ਆ ਕੇ ਗੱਲ ਕਰ ਰਹੇ ਨੇ, ਕੋਈ ਐ ਫालतू ਗੱਲਾਂ ਨਹੀਂ ਕਰ ਰਹੇ। ਉਹਨਾਂ ਦੀ ਹਰ ਗੱਲ 'ਚ ਪੁਆਇੰਟ ਹੈ, ਲੌਜਿਕ ਹੈ। ਉਸ ਤੋਂ ਇਲਾਵਾ ਇੱਕ ਇਹ ਬਹੁਤ ਇੰਪੋਰਟੈਂਟ ਫੈਕਟਰ ਹੈ ਵੀ ਜਿਹੜਾ ਬੰਦਾ ਅੱਗੇ ਮੋਰਚੇ ਤੇ ਜਾ ਰਿਹਾ ਹੈ, ਉਹ ਕਿਉਂ ਖੁੱਲੇ ਸੁਭਾਅ ਨਾਲ ਜਾ ਪੈਰ ਸਾਂਭਿਆ। ਚਾਹੇ ਤੁਸੀਂ ਫਾਰਮਿੰਗ ਲੈ ਲਓ, ਪਹਿਲਾਂ ਬੀਬੀਆਂ ਆਪਣੀਆਂ ਖੇਤਾਂ 'ਚ ਨਹੀਂ ਸੀ ਜਾਂਦੀਆਂ, ਹੁਣ ਬੀਬੀਆਂ ਆਪ ਖੇਤਾਂ 'ਚ ਜਾ ਕੇ ਆਪ ਫਸਲਾਂ ਦੇਖ ਰਹੀਆਂ ਨੇ, ਸਾਰਾ ਕੰਮ ਕਰ ਰਹੀਆਂ ਨੇ, ਉਹ ਤਿਆਰ ਕਰਕੇ ਭੇਜ ਰਹੀਆਂ ਨੇ। ਇੱਕ ਬੀਬੀਆਂ 'ਚ ਆਪਣੇ ਇੱਕ ਨੋਰਮਲ ਜੀ ਗੱਲ ਹੈ, ਮਦਰਲੀ ਇਨਸਟਿੰਕਟ ਹੁੰਦਾ, ਆਪਾਂ ਹਮੇਸ਼ਾ ਵੀ ਵਾਂਟ ਟੂ ਸੇਵ ਆਵਰ ਚਿਲਡਰਨ, ਆਵਰ ਫੈਮਿਲੀਜ਼। ਬਟ ਇਸ ਮੂਵਮੈਂਟ ਦੇ ਨਾਲ ਬੀਬੀਆਂ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੇ ਹੋਏ ਨੇ। ਉਹਨਾਂ ਨੂੰ ਕੁਝ ਨਹੀਂ ਪਤਾ ਕੱਲ ਨੂੰ ਉੱਥੇ ਕੀ ਹੋ ਜੇ, ਹਾਲਾਤ ਵਿਗੜਨ ਨਾ ਵਿਗੜਨ, ਬਟ ਉਹ ਆਪਣੇ ਬੱਚੇ ਲੈ ਕੇ ਉੱਥੇ ਪਹੁੰਚੇ ਹੋਏ ਨੇ। ਉਹ ਮਦਰਲੀ ਇਨਸਟਿੰਕਟ ਜਿਹੜਾ ਉਹ ਇਸ ਲੈਵਲ ਤੇ ਉਹਨਾਂ ਨੇ ਉਸ ਤੋਂ ਉੱਤੇ ਆਹ ਮੂਵਮੈਂਟ ਨੂੰ ਰੱਖਿਆ ਵੀ ਇਹ ਸਾਡੀ ਹੋਂਦ ਹੈ, ਇਹ ਪੰਜਾਬੀਆਂ ਦੀ, ਇਹ ਸਾਡੇ ਬੱਚਿਆਂ ਦੇ ਅੱਗੇ ਫਿਊਚਰ ਤੇ ਡਾਇਰੈਕਟ ਟਾਰਗੇਟ ਹੈ। ਇਹ ਕਲਚਰ ਤੇ ਡਾਇਰੈਕਟ ਟਾਰਗੇਟ ਹੋਏਗਾ ਜੇ ਇਹ ਲਾਜ਼ ਨਾ ਵਾਪਸ ਲਿੱਤੇ ਗਏ। ਇਸ ਕਰਕੇ ਆਈ ਫੀਲ ਵਿਮਨ ਹੈਵ ਅ ਵੈਰੀ ਕ੍ਰੂਸ਼ੀਅਲ, ਇਹ ਥੋੜਾ ਅੰਡਰ ਰੈਕਗਨਾਈਜ਼ਡ ਰੋਲ ਹੈ ਵਿਮਨ ਦਾ, ਵੀ ਇਹ ਇੰਨਾ ਹਾਈਲਾਈਟ ਨਹੀਂ ਹੁੰਦਾ ਕਿਉਂਕਿ ਮੇਨਲੀ ਆਪਣਾ ਅਗੇਰੀਅਨ ਸੈਕਟਰ ਵੀ ਮੇਲ ਡੋਮੀਨੇਟਡ ਹੈ, ਬਟ ਵਿਮਨ ਪਲੇ ਅ ਵੈਰੀ ਕ੍ਰੂਸ਼ੀਅਲ ਰੋਲ ਇਨ ਦੀ ਅਗੇਰੀਅਨ ਸੈਕਟਰ ਆਲਸੋ। ਵੀ ਉਹ ਖੇਤੀਬਾੜੀ 'ਚ ਵੀ ਉਹਨਾਂ ਦਾ ਉਨਾ ਹੀ ਵੱਡਾ ਰੋਲ ਹੈ ਜਿੰਨਾ ਬੰਦਿਆਂ ਦਾ ਹੈਗਾ। ਉਵੇਂ ਹੀ ਇਸ ਮੂਵਮੈਂਟ 'ਚ ਟਿਕਰੀ ਬਾਰਡਰ ਤੇ ਆਈ ਮੈਟ ਫੀਮੇਲਸ, ਮੈਂ ਕਿੰਨੀਆਂ ਹੀ ਬੀਬੀਆਂ ਨੂੰ ਮਿਲੀ ਜੋ ਟਰਾਲੀਆਂ 'ਚ ਸੋ ਰਹੇ ਸੀਗੇ। ਜਿਵੇਂ ਬੰਦੇ ਟਰਾਲੀਆਂ 'ਚ ਸੋ ਰਹੇ ਸੀ, ਉਵੇਂ ਬੀਬੀਆਂ ਵੀ ਟਰਾਲੀਆਂ 'ਚ ਹੀ ਸੋ ਰਹੀਆਂ ਸੀ। ਉੱਥੇ ਕੋਈ ਸ਼ੈਲਟਰ ਹੋਮ ਉਦੋਂ ਨਹੀਂ ਸੀਗੇ, ਵਾਸ਼ਰੂਮਸ ਦੀ ਉੱਥੇ ਇੰਨੀ ਪ੍ਰੋਬਲਮ ਸੀ, ਬਟ ਉਹਨਾਂ ਦੀ ਡਿਟਰਮੀਨੇਸ਼ਨ 'ਚ ਕੋਈ 1% ਦਾ ਵੀ ਫਰਕ ਨਹੀਂ ਸੀਗਾ। ਉਹ ਇਹ ਕਹਿ ਰਹੇ ਸੀ ਵੀ ਸਾਡੇ ਬੱਚੇ, ਸਾਡੇ ਹਸਬੈਂਡ, ਸਾਡੇ ਮਤਲਬ ਭਰਾ, ਹਰ ਕੋਈ ਇੱਥੇ ਹੈ ਤਾਂ ਸਾਡਾ ਵੀ ਉਨਾ ਹੀ ਫਰਜ਼ ਬਣਦਾ ਹੈ ਇਸ ਯੋਗਦਾਨ ਸ਼ਾਮਿਲ ਹੋਣ ਦਾ। ਐਂਡ ਆਈ ਆਲਸੋ ਫੀਲ ਇਸ ਮੂਵਮੈਂਟ ਤੋਂ ਬਾਅਦ ਇੱਕ ਬਹੁਤ ਸਟਰੋਂਗ ਲੀਡਰਸ਼ਿਪ, ਫੀਮੇਲ ਲੀਡਰਸ਼ਿਪ ਵਿਲ ਰਾਈਜ਼ ਆਊਟ ਆਫ ਪੰਜਾਬ ਐਂਡ ਇਨ ਫੈਕਟ ਇਨ ਅਦਰ ਸਟੇਟਸ ਆਲਸੋ। ਮਤਲਬ ਦ ਵੇ ਫੀਮੇਲ, ਜਿਵੇਂ ਔਰਤਾਂ ਤੇ ਕੁੜੀਆਂ ਅੱਗੇ ਆ ਰਹੀਆਂ, ਹਰ ਕੋਈ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰ ਰਿਹਾ। ਕੋਈ ਲਾਇਬ੍ਰੇਰੀਜ਼ ਬਣਾ ਰਿਹਾ, ਕੋਈ ਸਲੋਗਨ ਰਾਈਟਿੰਗ ਕਰ ਰਿਹਾ, ਕੋਈ ਉੱਥੇ ਬੱਚਿਆਂ ਨੂੰ ਪੜ੍ਹਾ ਰਿਹਾ, ਕੋਈ ਜਨਰਲੀ ਆ ਕੇ ਉੱਥੇ ਗੱਲਾਂ, ਮਤਲਬ ਉਹਨਾਂ ਨਾਲ ਗੱਲ ਕਰ ਰਹੇ, ਉਹਨਾਂ ਦੀ ਹੱਲਾਸ਼ੇਰੀ ਕਰ ਰਹੇ ਨੇ। ਤਾਂ ਇਸ ਕਰਕੇ ਔਰਤਾਂ ਦਾ ਬਹੁਤ ਸਿਗਨੀਫੀਕੈਂਟ ਰੋਲ ਹੈ ਇਸ ਮੂਵਮੈਂਟ 'ਚ। ਜਿਵੇਂ ਭੈਣ ਨੇ ਕਿਹਾ, ਹਰਮਨ ਭੈਣ ਨੇ ਵੀ ਆਪਣਾ ਰੀਜਨਲ ਮੀਡੀਆ ਉਹਨੂੰ ਕਵਰ ਕਰ ਰਿਹਾ, ਇੰਟਰਨੈਸ਼ਨਲ ਮੀਡੀਆ ਕਵਰ ਕਰ ਰਿਹਾ, ਨੈਸ਼ਨਲ ਮੀਡੀਆ ਜੋ ਮਰਜ਼ੀ ਨੈਰੇਟਿਵ ਬਣਾਵੇ, ਬਟ ਈਵਨ ਮੀਡੀਆ ਇਜ਼ ਆਲਸੋ ਪੋਰਟਰੇਇੰਗ ਦੈਟ। BBC ਹੋ ਗਿਆ, ਜਿੰਨੇ ਵੀ ਆਪਣੇ ਇੰਟਰਨੈਸ਼ਨਲ ਰੀਜਨਲ ਚੈਨਲਸ ਨੇ, ਐਵਰੀਬਡੀ ਇਜ਼ ਕਵਰਿੰਗ ਇਟ। ਤੇ ਵਿਮਨ ਦਾ ਰੋਲ ਕਾਫੀ ਜ਼ਿਆਦਾ ਵਿਜ਼ੀਬਲ ਵੀ ਹੈ ਉੱਥੇ। ਹੁਣ ਸਾਂਭਿਆ ਟੋਲ ਪਲਾਜ਼ਾ, ਜਿੰਨੇ ਬਲਾਕ ਨੇ ਪੰਜਾਬ ਹਰਿਆਣਾ 'ਚ, ਉੱਥੇ ਔਰਤਾਂ ਬੈਠੀਆਂ, ਰਿਲਾਇੰਸ ਮਾਲਸ ਦੇ ਬਾਹਰ ਧਰਨੇ ਦੇ ਰਹੀਆਂ ਨੇ। ਇਹ ਵੀ ਬਹੁਤ ਵੱਡਾ ਫੈਕਟਰ ਹੈ ਜਿਹੜਾ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾ ਰਿਹਾ। ਸੋ ਯਾ ਮੂਵਮੈਂਟ 'ਚ ਔਰਤਾਂ ਦਾ ਰੋਲ ਤਾਂ ਕਾਫੀ ਸਿਗਨੀਫੀਕੈਂਟ ਹੈ। ਇੱਥੇ ਭੈਣ ਜੀ ਮੈਂ ਇੱਕ ਚੀਜ਼ ਹੋਰ ਜ਼ਰੂਰ ਹਾਈਲਾਈਟ ਕਰਨਾ ਚਾਹੂੰਗੀ
ਉਹ ਇਹ ਹੈ ਕਿ ਮੋਰਚੇ ਦੇ ਵਿੱਚ ਤਾਂ ਚਲੋ ਬਹੁਤ ਸਾਰੀਆਂ ਬੀਬੀਆਂ ਨੇ ਇੱਕ ਬਹੁਤ ਅਹਿਮ ਰੋਲ ਉਹ ਅਦਾ ਕਰ ਰਹੀਆਂ ਨੇ ਔਰ ਸ਼ੁਰੂ ਤੋਂ ਕਰ ਰਹੀਆਂ ਨੇ, ਅੱਗੇ ਵੀ ਕਰਦੀਆਂ ਰਹਿਣਗੀਆਂ, ਪਰ ਇਹਦੇ ਨਾਲ ਨਾਲ ਜਿਹੜੀਆਂ ਔਰਤਾਂ ਪਿੱਛੇ ਇਕੱਲੀਆਂ ਰਹਿ ਗਈਆਂ ਨੇ ਘਰ ਦੇ ਵਿੱਚ, ਜਿਹੜੀਆਂ ਕਿ ਬੰਦਿਆਂ ਦੇ ਉੱਥੇ ਜਾਣ ਦਾ ਕਰਕੇ ਪਿੱਛੋਂ ਖੇਤੀਬਾੜੀ ਸਾਂਭ ਰਹੀਆਂ ਨੇ, ਆਪਣੀਆਂ ਜ਼ਿੰਮੇਵਾਰੀਆਂ ਸਾਂਭ ਰਹੀਆਂ ਨੇ ਔਰ ਆਪਣੇ ਘਰ ਦੇ ਵਿੱਚੋਂ ਜਿੰਨੇ ਵੀ, ਚਾਹੇ ਉਹਨਾਂ ਦਾ ਬੇਟਾ ਗਿਆ ਹੈ, ਚਾਹੇ ਉਹਨਾਂ ਦਾ ਘਰ ਵਾਲਾ ਹੈ, ਚਾਹੇ ਬਾਪ ਗਿਆ, ਚਾਹੇ ਕੋਈ ਵੀ ਹੈ, ਉਹਨੂੰ ਹੱਲਾਸ਼ੇਰੀ ਦੇ ਰਹੀਆਂ ਨੇ ਕਿ ਤੁਸੀਂ ਉੱਥੇ ਡਟੋ, ਜਦ ਤੱਕ ਫੈਸਲਾ ਆਪਣੇ ਹੱਕ ਦੇ ਵਿੱਚ ਨਹੀਂ ਹੁੰਦਾ ਅਸੀਂ ਪਿੱਛੋਂ ਤੁਹਾਨੂੰ ਕੋਈ ਵੀ ਚਿੰਤਾ ਨਹੀਂ ਦਿਆਂਗੇ, ਤੁਹਾਡਾ ਪਿੱਛੋਂ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਅਸੀਂ ਸੰਭਾਂਗੇ। ਸੋ ਮੈਨੂੰ ਲੱਗਦਾ ਹੈ ਕਿ ਪਿੱਛੇ ਰਹਿ ਕੇ ਉਹਨਾਂ ਔਰਤਾਂ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਇਸ ਮੋਰਚੇ ਦੇ ਵਿੱਚ, ਕਿਉਂਕਿ ਜੇ ਉਹ ਪਿੱਛੇ ਜ਼ਿੰਮੇਵਾਰੀ ਨਾ ਸਾਂਭਦੀਆਂ ਤਾਂ ਸ਼ਾਇਦ ਥੋੜਾ ਜਿਹਾ ਮਾਹੌਲ, ਮੈਂ ਕਹਿ ਸਕਦੀ ਹਾਂ ਵੀ, ਕਿਉਂਕਿ ਫਿਰ ਚਿੰਤਾ ਦੋ ਪਾਸੇ ਸਟ੍ਰੈਸਫੁਲ ਹੋ ਜਾਂਦਾ। ਹੁਣ ਜੇ ਪਿੱਛੋਂ ਔਰਤਾਂ ਜਿਹੜੀਆਂ ਨੇ ਉਹ ਹੱਲਾਸ਼ੇਰੀ ਦੇ ਰਹੀਆਂ ਨੇ, ਪਿੱਛੇ ਕੰਮਕਾਜ ਸਾਂਭ ਰਹੀਆਂ ਨੇ, ਖੇਤੀਬਾੜੀ ਸਾਂਭ ਰਹੀਆਂ ਨੇ, ਤੇ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਇਸ ਮੋਰਚੇ ਦੇ ਵਿੱਚ। ਬਿਲਕੁਲ ਬਿਲਕੁਲ। ਹਰਮਨ, ਮੈਂ ਪ੍ਰਾਈਮ ਮੇਜਰ ਤੇ ਸੁਣਿਆ ਸੀਗਾ ਕਿ ਪਿੱਛੇ ਜਿਹੜੇ ਪਾਣੀ ਦੇ ਰਹੇ ਆ, ਜਿਹੜੇ ਆਪਣੀਆਂ ਕੁੜੀਆਂ ਆ, ਮਾਤਾ ਆ, ਉਹ ਪਿੱਛੇ ਪਾਣੀ ਦੇ ਰਹੀਆਂ ਖੇਤਾਂ ਨੂੰ, ਫਸਲਾਂ ਨੂੰ ਜਿਹੜੀਆਂ ਬੀਜੀਆਂ ਆ ਜੀ, ਪਰ ਬਿਜਲੀ ਬੋਰਡ ਵਾਲੇ ਤੰਗ ਕਰ ਰਹੇ ਆ, ਰਾਤ ਨੂੰ ਬਿਜਲੀ ਦਿੰਦੇ ਨਹੀਂ ਹੈਗੇ। ਇਹ ਇਸ਼ੂ ਹੈਗਾ ਆ ਪੰਜਾਬ ਦੇ ਵਿੱਚ? ਦੇਖੋ ਗੱਲ ਇਹ ਹੈ ਕਿ ਹਰੇਕ ਇਲਾਕੇ ਦੀ, ਹਰੇਕ ਏਰੀਆ ਦੀ ਆਪੋ ਆਪਣੀ ਪ੍ਰੋਬਲਮ ਹੈ ਜੀ। ਆਪਾਂ ਕਹਿ ਲਓ ਵੀ ਹਰ ਪਾਸੇ ਇੱਕੋ ਚੀਜ਼ ਨੂੰ ਲਾਗੂ ਨਹੀਂ ਕਰ ਸਕਦੇ, ਪਰ ਹਾਂ ਬਹੁਤੀਆਂ ਥਾਵਾਂ ਤੇ ਇਹ ਸਮੱਸਿਆ ਸਾਹਮਣੇ ਆਈ ਹੈ ਕਿ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹ ਇਕੱਲੇ ਬਿਜਲੀ ਦੇ ਮਸਲੇ ਨਹੀਂ, ਹੋਰ ਵੀ ਬਹੁਤ ਸਾਰੇ ਮਸਲੇ ਨੇ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਸ ਵੇਲੇ ਔਰਤਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ, ਹਨਾ, ਕਿਉਂਕਿ ਇਕੱਲੇ ਕੰਮ ਸਾਹਮਣਾ ਥੋੜਾ ਜਿਹਾ ਔਖਾ ਹੋ ਜਾਂਦਾ, ਪਰ ਫਿਰ ਵੀ ਔਰਤਾਂ ਡਟੀਆਂ ਹੋਈਆਂ ਨੇ ਜੀ। ਵੈਸੇ ਵੀ ਹੱਲਾਸ਼ੇਰੀ ਮਿਲੀ ਹੋਈ ਹੈ, ਜਦੋਂ ਅਸੀਂ ਸਾਰੀਆਂ ਖਬਰਾਂ ਇੱਥੇ ਵੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਤੇ ਉਹਦੇ ਨਾਲ ਹੋਰ ਜ਼ਿਆਦਾ ਅੰਦਰ ਪੋਜ਼ਿਟਿਵਿਟੀ ਆਉਂਦੀ ਹੈ ਵੀ ਨਹੀਂ, ਅਸੀਂ ਜਿੱਤ ਦੇ ਨੇੜੇ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ। ਸੋ ਉਹਦੇ ਕਰਕੇ ਮੈਨੂੰ ਲੱਗਦਾ ਪ੍ਰੋਬਲਮਸ ਚਾਹੇ ਜਿੰਨੀਆਂ ਮਰਜ਼ੀ ਵੱਡੀਆਂ ਕ੍ਰੀਏਟ ਕਰ ਲਈਆਂ ਜਾਣ, ਪਰ ਉਹ ਛੋਟੀਆਂ ਹੀ ਲੱਗਦੀਆਂ ਨੇ ਜਦੋਂ ਬੰਦੇ ਨੂੰ ਆਪਣੀ ਮੰਜ਼ਿਲ ਨੇੜੇ ਆਉਂਦੀ ਹੋਈ ਨਜ਼ਰ ਆਉਂਦੀ ਹੈ। ਤਾਂ ਪਰ ਹੌਸਲੇ ਦੀ ਤਾਦਾਦ ਦੇਣੀ ਪੈਂਦੀ ਵੇ, ਇੰਨਾ ਡਟ ਕੇ ਖੜੇ ਆ ਸਾਰੇ, ਹਨਾ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਨੂੰ ਤਾਂ ਪ੍ਰੋਟੈਸਟ ਹੀ ਦਿਸਦਾ ਹੈ, ਉੱਥੇ ਸਾਈਡ ਦਿਸਦਾ, ਜੋ ਪਿੱਛੇ ਸਾਂਭਿਆ ਆ, ਜੋ ਪਿੱਛੇ ਮੁਸ਼ਕਿਲ ਆ ਰਹੀਆਂ ਆ, ਉਹਦਾ ਕਿਸੇ ਦੇ ਨਹੀਂ ਕਵਰੇਜ ਕੋਈ ਹੋ ਰਹੀ, ਨਹੀਂ ਕਿਸੇ ਤੱਕ ਉਹ ਸਟੋਰੀ ਦੱਸੀ ਗਈ। ਤਾਂ ਮੈਂ ਬਹੁਤ ਤੁਹਾਡਾ ਥੈਂਕ ਯੂ ਕਰਦੀ ਹਾਂ ਵੀ ਤੁਸੀਂ ਇਹ ਗੱਲ ਰੇਜ਼ ਕੀਤੀ ਅੱਜ ਇੱਥੇ। ਥੈਂਕ ਯੂ ਜੀ। ਤਾਂ ਬਲਪੈਨ ਜੀ, ਹੋਰ ਆਈ ਵੁੱਡ ਲਾਈਕ ਟੂ ਐਡ ਵੀ ਜੋ ਭੈਣ ਨੇ ਹੁਣੇ ਗੱਲ ਚੋਂ ਉਹ ਸਾਹਮਣੇ ਬਹੁਤ ਇੰਪੋਰਟੈਂਟ ਪੁਆਇੰਟ ਹੈ ਵਾਕਈ, ਕਿਉਂਕਿ ਮੋਰਚੇ ਤੇ ਜਾਂ ਜੰਗ ਤੇ ਜਾਣ ਨਾਲੋਂ ਜ਼ਿਆਦਾ ਜਿੰਨਾ ਇੰਪੋਰਟੈਂਸ ਵੀ ਬੰਦਾ ਆਪ ਫਿਜ਼ੀਕਲੀ ਜਾ ਰਿਹਾ ਉਹਦੀ ਹੈ, ਉਨੀ ਹੀ ਇੰਪੋਰਟੈਂਸ ਉਹਦੀ ਹੈ ਜਿਹੜਾ ਉਹਨੂੰ ਪਿੱਛੋਂ ਤਿਆਰ ਕਰਕੇ ਭੇਜ ਰਿਹਾ ਹੈ ਮੈਂਟਲੀ ਜੀ। ਜਿਹੜਾ ਪਿੱਛੋਂ ਫਾਰਮਿੰਗ, ਪਹਿਲਾਂ ਉਹ ਫਾਰਮਿੰਗ ਵੀ ਸਾਂਭ ਰਹੇ ਨੇ, ਉਹ ਆਪਣੇ ਘਰਾਂ ਨੂੰ ਵੀ ਦੇਖ ਰਹੇ ਨੇ, ਉਹ ਸਾਰਾ ਕੁਝ ਬੈਲੈਂਸ ਆਊਟ ਕਰ ਰਹੇ ਨੇ, ਤਾਂ ਬੰਦਾ ਫ੍ਰੀ ਮਾਈਂਡ ਨਾਲ ਅੱਗੇ ਤਾਂ ਹੀ ਲੜ ਪਾ ਰਿਹਾ, ਅੱਗੇ ਡਟ ਕੇ ਬਹਿ ਪਾ ਰਿਹਾ, ਕਿਉਂਕਿ ਉਹਨੂੰ ਪਤਾ ਵੀ ਉਹਨੂੰ ਪਿੱਛੇ ਸਾਂਭਣ ਵਾਲੇ ਹੈਗੇ ਨੇ, ਵੀ ਉਹਨਾਂ ਦੀਆਂ ਬੀਬੀਆਂ ਸਾਰਾ ਕੁਝ ਟੇਕ ਕੇਅਰ ਕਰ ਲੈਣਗੀਆਂ। ਐਂਡ ਹਿਸਟੋਰੀਕਲੀ ਆਲਸੋ ਪੰਜਾਬ ਦੀਆਂ ਬੀਬੀਆਂ ਪਹਿਲਾਂ ਖੇਤਾਂ 'ਚ ਆਪਣੀਆਂ ਕੰਮ ਕਰਦੀਆਂ ਸੀ। ਇਟਸ ਬਿਊਟੀਫੁਲ ਦੈਟ ਦੇ ਆਰ ਡੂਇੰਗ ਇਟ ਅਗੇਨ ਐਂਡ ਦੇ ਡੂ ਇਟ ਐਜ਼ ਗੁੱਡ ਐਜ਼ ਦ ਮੈਨ। ਜਿੰਨਾ ਆਪਣੇ ਬੰਦੇ ਕਰਦੇ ਨੇ, ਬੀਬੀਆਂ ਹਾਰਵੈਸਟਿੰਗ ਵੀ ਕਰਦੀਆਂ, ਬੀਬੀਆਂ ਮੰਡੀ 'ਚ ਜਾ ਕੇ ਫਸਲ ਵੇਚ ਕੇ ਵੀ ਆਉਂਦੀਆਂ ਨੇ, ਸਾਰਾ ਕੰਮ ਬੀਬੀਆਂ ਕਰ ਰਹੀਆਂ ਨੇ। ਇਹ ਹੁਣ ਹਾਈਲਾਈਟ ਇੰਨਾ ਨਹੀਂ ਹੋਇਆ, ਇਹ ਇੰਪੋਰਟੈਂਟ ਹੈ ਵੀ ਇਹ ਹਾਈਲਾਈਟ ਹੋਏ, ਇਹ ਬਹੁਤ ਇੰਪੋਰਟੈਂਟ ਐਸਪੈਕਟ ਹੈ ਵਿਚ ਇਜ਼ ਟਰੂ ਜੀ। ਮੈਂ ਇੱਕ ਛੋਟੀ ਜਿਹੀ ਵੀਡੀਓ ਦਾ ਜ਼ਿਕਰ ਜ਼ਰੂਰ ਇੱਥੇ ਕਰਨਾ ਚਾਹੁੰਦੀ ਹਾਂ, ਮਾਫ ਕਰਨਾ ਮੈਂ ਤੁਹਾਨੂੰ ਰੋਕ ਦਿੱਤਾ, ਪਰ ਉਹ ਮੈਨੂੰ ਲੱਗਦਾ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਚੀਜ਼ ਆ, ਕਿਉਂਕਿ ਮੈਂ ਇੱਕ ਵੀਡੀਓ ਵੇਖ ਰਹੀ ਸੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਬਜ਼ੁਰਗ ਬੈਠੇ ਨੇ, ਉਹ ਉਸ ਮੋਰਚੇ ਦੇ ਉੱਪਰ ਸੇਵਾ ਕਰ ਰਹੇ ਨੇ, ਤੇ ਉਹ ਆਪਣੀ ਕਹਾਣੀ ਜਿਹੜੀ ਆ ਉਹ ਸਾਂਝੀ ਕਰ ਰਹੇ ਨੇ। ਉਹ ਕਹਿੰਦੇ ਕਿ ਮੈਂ ਇੱਥੇ ਪਹਿਲੇ ਦਿਨ ਤੋਂ ਆ ਕੇ ਬੈਠਾ ਹੋਇਆ, ਮੈਂ ਸੇਵਾ ਕਰ ਰਿਹਾ, ਔਰ ਜਿਸ ਦਿਨ ਇਹ ਗੱਲ ਇੱਥੋਂ ਫੈਲਾਈ ਗਈ ਕਿ ਇੱਥੇ ਜੀ ਬਹੁਤ ਮਾਹੌਲ ਖਰਾਬ ਹੋ ਜਾਣਾ ਹੈ, ਹੌਲੀ-ਹੌਲੀ ਸਥਿਤੀ ਜਿਹੜੀ ਤਣਾਅਪੂਰਨ ਹੋ ਜਾਏਗੀ, ਹੌਲੀ-ਹੌਲੀ ਕਈ ਸਾਰੀਆਂ ਸਮੱਸਿਆਵਾਂ ਆਉਣਗੀਆਂ, ਸ਼ਾਇਦ ਕੋਈ ਧੱਕਾ ਵੀ ਕੀਤਾ ਜਾਏ ਸਰਕਾਰਾਂ ਦੇ ਵੱਲੋਂ। ਕਹਿੰਦੇ ਜਦੋਂ ਇਹ ਖਬਰ ਫੈਲੀ ਤਾਂ ਮੇਰੀ ਵਾਈਫ ਮੇਰੇ ਕੋਲੋਂ ਆਈ ਘਰੋਂ, ਹਨਾ, ਤੇ ਉਹ ਕਹਿੰਦੇ ਕਿ ਮੇਰੀ ਵਾਈਫ ਨੇ ਆ ਕੇ, ਕਿਉਂਕਿ ਸਾਡੇ ਕੋਈ ਬੱਚਾ ਨਹੀਂ ਆ, ਤੇ ਮੇਰੀ ਵਾਈਫ ਆ ਕੇ ਇੱਥੇ ਤੇ ਮੇਰੇ ਗਲ ਲੱਗ ਕੇ ਬਹੁਤ ਰੋਈ, ਤੇ ਉਹਨੇ ਮੈਨੂੰ ਕਿਹਾ ਵੀ ਤੁਸੀਂ ਇੱਥੇ ਡਟੇ ਰਹੋ, ਸੇਵਾ ਜਿਹੜੀ ਆ ਉਹ ਵਿੱਚ ਕਾਏ ਛੱਡ ਕੇ ਵਾਪਸ ਨਾ ਆਇਓ ਤੇ ਪਿੱਛੇ ਨਾ ਘਬਰਾਇਓ, ਤੁਸੀਂ ਜੇ ਡਟੇ ਹੋਏ ਹੋ ਡਟੇ ਰਹੋ ਤੇ ਆਪਣਾ ਖਿਆਲ ਰੱਖਿਓ। ਤੇ ਇੰਨਾ ਕਹਿ ਕੇ ਉਹ ਚਲੀ ਗਈ। ਸੋ ਯੋਗਦਾਨ ਤਾਂ ਉਹਨਾਂ ਦਾ ਵੀ ਹੈ ਨਾ, ਜਿਹੜੇ ਆ ਕੇ ਹਿੰਮਤ ਦੇ ਕੇ ਗਏ, ਉਹਨਾਂ ਨੇ ਆ ਕੇ ਨਾਲ ਖੜਨ ਦਾ ਇੱਕ ਜਜ਼ਬਾ ਦਿਖਾਇਆ ਨਾ, ਇੱਕ ਔਰਤ ਦੇ ਲਈ ਜਿਹਦੇ ਅੱਗੇ ਬੱਚਾ ਵੀ ਨਹੀਂ ਆ, ਇੱਕ ਹਸਬੈਂਡ ਨੂੰ ਇਹ ਗੱਲਾਂ ਕਹਿਣੀਆਂ। ਮੈਨੂੰ ਲੱਗਦਾ ਆਪਾਂ ਬੀਬੀਆਂ ਹੋਣ ਦੇ ਨਾਤੇ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰ ਸਕਦੇ ਹਾਂ
ਕਿ ਕਿੱਡਾ ਜੇਰਾ ਹੋਏਗਾ, ਕਿੱਡਾ ਦਿਲ ਤੇ ਪੱਥਰ ਰੱਖਿਆ ਹੋਏਗਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਹੋਏਗੀ, ਪਰ ਉਹਨਾਂ ਦੇ ਵੀ ਹੌਸਲੇ ਦੀ ਦਾਤ ਦੇਣੀ ਬਣਦੀ ਹੈ। ਬਿਲਕੁਲ। ਔਰ ਰਾਤ ਦਿਨ ਉੱਥੇ ਫਿਕਰ ਵੀ ਹੋਣਾ ਆ। ਹੁਣ ਅਸੀਂ ਤਾਂ ਇੱਥੇ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਵੀ ਉੱਥੇ ਕੀ ਹਾਲ ਆ, ਤਾਂ ਜਿਹੜੇ ਪਿੰਡਾਂ 'ਚ ਬੈਠੇ ਹੋ ਸਕਦਾ ਉਹਨਾਂ ਨੂੰ ਨਹੀਂ ਉਹ ਫੈਸਿਲਿਟੀ ਹੈਗੀ, ਫੇਸਬੁੱਕ ਤੇ ਜਾ ਕੇ ਦੇਖ ਲੈਣ ਪਏ ਕੀ ਹੋ ਰਿਹਾ, ਤਾਂ ਉਹ ਜਿਹੜੀ ਟੈਨਸ਼ਨ ਵੀ ਫਿਕਰ ਵੀ ਰਹਿੰਦਾ ਹੋਊਗਾ ਵੀ ਉਹ ਕੀ ਹਾਲ, ਉੱਥੇ ਕਿਸ ਤਰ੍ਹਾਂ ਰਹਿੰਦੇ ਆ। ਤਾਂ ਔਰ ਇਹ ਇੱਥੇ ਵੀ ਕਹਿਣਾ ਬਣਦਾ ਆ ਵੀ ਜਿਨ੍ਹਾਂ ਦੀ ਹੁਣ ਡੈਥ ਹੋ ਗਈ ਆ, ਜਿਹੜੇ ਕਹਿੰਦੇ ਸ਼ਹੀਦ ਹੋ ਗਏ ਉੱਥੇ, ਜਿਸ ਤਰ੍ਹਾਂ ਕੱਲ ਉਹ ਮੁੰਡਾ ਸੀਗਾ, ਮੈਨੂੰ ਲੱਗਦਾ 40 ਸਾਲ ਦਾ ਸੀਗਾ, ਜਿਹਦੇ 3 ਬੱਚੇ ਆ ਛੋਟੇ, ਉਹਦੀ ਵਾਈਫ ਦਾ ਕੀ ਹਾਲ ਹੋਊਗਾ ਇਸ ਵਿਚਾਰੇ, ਉਹਦੀ ਵਾਈਫ ਦਾ ਕੀ ਹਾਲ ਹੋਊਗਾ ਨਾ। ਤਾਂ ਬਹੁਤ ਕੁਛ ਹਲੇ ਬਾਹਰ ਨਿਕਲਣਾ, ਬਹੁਤ ਦਰਦਨਾਕ ਸਟੋਰੀਆਂ ਜਿਹੜੀਆਂ ਬਾਅਦ ਚ ਨਿਕਲੂਗੀਆਂ, ਪਰ ਇਸ ਵੇਲੇ ਤਾਂ ਸਾਰਿਆਂ ਦਾ ਧਿਆਨ ਉੱਥੇ ਹੀ ਆ, ਜਿਸ ਤਰ੍ਹਾਂ ਕਿ ਆ ਵੀ ਹੋਣ ਦੀ ਲੜਾਈ ਆ, ਇਹਨੂੰ ਅਸੀਂ ਜਿੱਤਣਾ ਹੀ ਜਿੱਤਣਾ ਆ। ਉੱਥੋਂ ਵੀਲਡ ਵਿਮਨ ਸੀਗੇ, ਮਤਲਬ ਉਹ ਪਰਦਾ, ਮਤਲਬ ਸਿਰ ਢੱਕ ਕੇ ਆਪਣਾ ਰੱਖਣ ਵਾਲੇ, ਕਹਿੰਦੇ ਉਹ ਪਹਿਲੀ ਵਾਰ ਪ੍ਰੋਟੈਸਟ ਤੇ ਆਏ। ਉਹਨਾਂ ਨੇ ਇੱਕ 3 ਫੀਮੇਲ ਸੀਗੀਆਂ ਘਰ ਚ, ਉਹਨਾਂ ਨੇ ਦੇ ਲੌਸਟ देयर ਓਨਲੀ ਮੇਲ ਮੈਂਬਰ। ਉਹ ਉਸ ਤੋਂ ਬਾਅਦ ਵੀ ਕਹਿੰਦੇ ਉਹ ਲਗਾਤਾਰ ਪ੍ਰੋਟੈਸਟ ਤੇ ਆਉਂਦੇ ਰਹੇ, ਮਤਲਬ ਦੈਟ ਡਿਡ ਨਾਟ, ਉਸ ਚੀਜ਼ ਨੇ ਉਹਨਾਂ ਦੇ ਡਿਟਰਮੀਨੇਸ਼ਨ ਨੂੰ ਘੱਟ ਨਹੀਂ ਕੀਤਾ, ਕਿਉਂਕਿ ਉਹ ਕਹਿੰਦੇ ਵੀ ਸਾਡੀ ਆਉਣ ਵਾਲੀ ਪੀੜ੍ਹੀਆਂ ਸਟੇਕ ਤੇ ਨੇ। ਉਹ ਉਹਨਾਂ 'ਚ ਇੰਸਟਿੰਕਟ ਇੰਨਾ ਵੱਧ ਹੈ ਵੀ ਕਿ ਕੋਈ ਵੀ ਚੀਜ਼ ਆ ਜਿਹੜੀ ਵੀ ਜਿੰਨੇ ਸ਼ਹੀਦ ਹੋ ਰਹੇ ਨੇ, ਇੰਨਾ ਦੁੱਖ ਲੱਗ ਰਿਹਾ ਸਭ ਨੂੰ, ਬਟ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਸਟਰੋਂਗ ਬਣਾ ਰਿਹਾ ਵੀ ਅਸੀਂ ਇਹ ਸ਼ਹੀਦ ਹੋ ਰਹੇ ਜਿਹੜੇ ਸਾਡੇ, ਇਹਨਾਂ ਦਾ ਵੇਸਟ ਨਹੀਂ ਜਾਣ ਦੇਣਾ, ਅਸੀਂ ਬਿਨਾਂ ਲਾਜ਼ ਵਾਪਸ ਕਰਾਏ ਵਾਪਸ ਨਹੀਂ ਜਾਣਾ। ਇਹ ਡਿਟਰਮੀਨੇਸ਼ਨ ਹੋਰ ਵੱਧ ਰਹੀ ਹੈ ਉਹਨਾਂ ਦੀ। ਮਤਲਬ ਇਹ ਸਾਰੇ ਫੈਕਟਰਸ ਦੇ ਪਲੇ ਅ ਵੈਰੀ ਕੀ ਰੋਲ ਟੂ ਸਸਟੇਨ ਦ ਮੂਵਮੈਂਟ ਨੂੰ ਸਸਟੇਨ ਕਰਨ ਤੇ ਇੱਕ ਮੋਮੈਂਟਮ ਤੇ ਰੱਖਣ ਚ ਇਸ ਮੂਵਮੈਂਟ ਲਈ। ਐਬਸੋਲੂਟਲੀ ਬਿਲਕੁਲ ਸਹੀ ਨਾਜ਼ੀਆ। ਔਰ ਹਰਮਨ, ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਤੁਸੀਂ ਦੱਸ ਰਹੇ ਸੀਗੇ ਵੀ ਬਾਕੀ ਜਿਹੜੇ ਇੰਡੀਆ ਦੇ ਸਟੇਟਸ ਆ ਉੱਥੋਂ ਘੱਟ ਲੇਡੀਜ਼ ਆਏ, ਆਪਣੇ ਪੰਜਾਬ ਤੋਂ ਹੀ ਜ਼ਿਆਦਾ ਆਏ। ਜੀ, ਪੰਜਾਬ ਤੋਂ ਲੇਡੀਜ਼ ਕੰਪੈਰੀਟਿਵਲੀ ਜ਼ਿਆਦਾ ਨੇ, ਜੋ ਉੱਥੇ ਜਾ ਕੇ ਦੇਖਣ ਨੂੰ ਮਿਲਿਆ ਕਿ ਪੰਜਾਬ ਤੋਂ ਲੇਡੀਜ਼ ਜ਼ਿਆਦਾ ਨੇ, ਪਰ ਇਹ ਨਹੀਂ ਹੈ ਕਿ ਬਾਕੀ ਸਟੇਟਸ ਤੋਂ ਨਹੀਂ ਆਈਆਂ, ਬਾਕੀ ਸਟੇਟਸ ਤੋਂ ਵੀ ਆ ਰਹੀਆਂ ਨੇ ਲੇਡੀਜ਼, ਲਗਾਤਾਰ ਆ ਰਹੀਆਂ ਨੇ। ਇੱਕ ਥੋੜਾ ਜਿਹਾ ਨਾ ਮੈਂ ਇੱਥੇ ਇੱਕ ਚੀਜ਼ ਹੋਰ ਜ਼ਰੂਰ ਕਲੀਅਰ ਕਰਨਾ ਚਾਹੁੰਦੀ ਹਾਂ ਭੈਣ ਜੀ, ਬਹੁਤੇ ਲੋਕਾਂ ਨੂੰ ਇਹ ਡਰ ਹੁੰਦਾ ਹੈ ਕਿ ਇੰਨੇ ਇਕੱਠ ਦੇ ਵਿੱਚ, ਇੰਨੀ ਭੀੜ ਦੇ ਵਿੱਚ ਇੱਕ ਔਰਤ ਦਾ ਜਾਣਾ ਸੇਫ ਹੋਊਗਾ ਜਾਂ ਫਿਰ ਨਹੀਂ। ਤਾਂ ਮੈਂ ਉਹ ਚੀਜ਼ ਜ਼ਰੂਰ ਕਲੈਰੀਫਾਈ ਕਰਨਾ ਚਾਹੁੰਦੀ ਹਾਂ। ਮੈਂ ਉੱਥੇ ਕਾਫੀ ਸਮਾਂ ਬਿਤਾ ਕੇ ਆਈ ਹਾਂ, ਨਾਜ਼ੀਆ ਭੈਣ ਉਹਨਾਂ ਨੇ ਬਤਾਇਆ ਉੱਥੇ ਸਮਾਂ। ਮੈਂ ਇਹ ਕਹਿ ਸਕਦੀ ਹਾਂ ਵੀ ਉੱਥੇ ਬਿਲਕੁਲ ਸੇਫ ਆ, ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੋਬਲਮ ਕਿਸੇ ਔਰਤ ਨੂੰ ਫੇਸ ਨਹੀਂ ਕਰਨੀ ਪਈ ਜਿੰਨਾ ਅਸੀਂ ਵੇਖਿਆ। ਇੱਕ ਛੋਟਾ ਜਿਹਾ ਇਨਸੀਡੈਂਟ ਇੱਥੇ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਵੀ ਅਸੀਂ ਜਦੋਂ ਪ੍ਰਾਈਮ ਏਸ਼ੀਆ ਦੀ ਟੀਮ ਦੇ ਨਾਲ ਚਾਈ ਦਾ ਵਿਚਾਰ ਪ੍ਰੋਗਰਾਮ ਕਰਨ ਦੇ ਲਈ ਅੱਗੇ ਵਧ ਰਹੇ ਸੀ, ਪਹਿਲੀ ਚੀਜ਼ ਇਹ ਵੀ ਜਿੱਥੇ ਵੀ ਭੀੜ ਸੀ, ਕਿਸੇ ਨੇ ਵੀ ਭੈਣ ਕਹੇ ਤੋਂ ਬਿਨਾਂ ਗੱਲ ਨਹੀਂ ਕੀਤੀ। ਕੋਈ ਪੁੱਤ ਕਹਿ ਕੇ, ਧੀ ਕਹਿ ਕੇ ਸਿਰ ਤੇ ਹੱਥ ਰੱਖ ਰਿਹਾ ਸੀ, ਕੋਈ ਭੈਣ ਕਹਿ ਕੇ ਰਾਹ ਛੱਡ ਰਿਹਾ ਸੀ, ਹਨਾ। ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਸਮੱਸਿਆ ਨਹੀਂ ਸੀ। ਉਸ ਤੋਂ ਬਾਅਦ ਇੱਕ ਜਗ੍ਹਾ ਤੇ ਸਾਨੂੰ ਥੋੜਾ ਜਿਹਾ ਸਾਈਡ ਦੇ ਉੱਪਰ ਖੜਨਾ ਪਿਆ, ਜਿੱਥੇ ਮੈਂ ਤੇ ਨਾਲ ਸਾਡੇ ਇੱਕ ਹੋਰ ਕੁੜੀ ਸੀ, ਹੋਰ ਕੋਈ ਨਹੀਂ ਸੀ। ਇਹਨੇ ਨੂੰ ਇੱਕ ਹੋਰ ਸ਼ਖਸ ਜਿਹੜੇ ਕਿ ਵੈਸੇ ਹੀ ਉੱਥੇ ਲੰਘ ਰਹੇ ਸੀ, ਉਹ ਕੋਲ ਆ ਕੇ ਸਾਡੇ ਖੜੇ ਹੋ ਗਏ। ਤੇ ਉਸ ਤੋਂ ਬਾਅਦ ਵਿੱਚ ਕੀ ਹੋਇਆ, ਉਹਨਾਂ ਨੇ ਸਾਨੂੰ ਕੁਝ ਕਿਹਾ ਨਹੀਂ, ਉਹ ਕੋਲ ਖੜੇ ਰਹੇ। ਔਰ ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਉਮਰ 30 ਤੋਂ 35 ਸਾਲ ਦੇ ਵਿੱਚ ਹੋਊਗੀ, ਹੈ ਨਾ। ਇੰਨੀ ਦੇਰ ਨੂੰ 2 ਸਰਦਾਰ ਮੁੰਡੇ ਉੱਥੋਂ ਨਿਕਲ ਰਹੇ ਸੀ। ਉਹਨਾਂ ਨੇ ਪਹਿਲਾਂ ਬਹੁਤ ਧਿਆਨ ਦੇ ਨਾਲ ਵੇਖਿਆ ਵੀ 2 ਕੁੜੀਆਂ ਖੜੀਆਂ ਨੇ ਤੇ ਇੱਕ ਬੰਦਾ ਆ ਕੇ ਕੋਲ ਖੜਾ ਹੋ ਗਿਆ। ਉਹ ਪਹਿਲਾਂ ਤਾਂ ਸਾਡੇ ਕੋਲ ਦੀ ਅੱਗੇ ਚਲੇ ਗਏ। ਆਫਟਰ ਦੈਟ ਉਹ ਅੱਗਿਓਂ ਦੋਵੇਂ ਜਣੇ ਫਿਰ ਵਾਪਸ ਆਏ ਤੇ ਉਹਨਾਂ ਨੇ ਆ ਕੇ ਮੈਨੂੰ ਪੁੱਛਿਆ ਕਿ ਭੈਣ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ, ਕਿ ਬੰਦਾ ਤੁਹਾਨੂੰ ਕੁਝ ਕਹਿ ਤਾਂ ਨਹੀਂ ਰਿਹਾ? ਤੇ ਅਸੀਂ ਕਿਹਾ ਵੀ ਨਹੀਂ, ਅਸੀਂ ਸੇਫ ਹਾਂ। ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਕਿਹਾ ਆਰ ਯੂ ਸ਼ੋਰ, ਤੁਸੀਂ 100% ਸੇਫ ਹੋ, ਤੁਹਾਨੂੰ ਇਹਨਾਂ ਤੋਂ ਕੋਈ ਡਰ ਤਾਂ ਨਹੀਂ ਆ? ਔਰ ਸਾਹਮਣੇ ਪੁੱਛ ਰਹੇ ਸੀ ਉਹਨਾਂ ਦੇ। ਅਸੀਂ ਕਿਹਾ ਨਹੀਂ, ਅਸੀਂ ਠੀਕ ਹਾਂ। ਤੇ ਫਿਰ ਉਸ ਤੋਂ ਬਾਅਦ ਉੱਥੋਂ ਗਏ। ਏਦਾਂ ਹੀ ਜਦੋਂ ਅਸੀਂ ਟਿਕਰੀ ਬਾਰਡਰ ਦੇ ਉੱਪਰ ਗਏ, ਕਿਉਂਕਿ ਉੱਥੇ ਜਿਹੜੇ ਹਰਿਆਣਾ ਤੋਂ ਆਏ ਹੋਏ ਲੋਕ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਦੇ ਉੱਪਰ ਖੜੀ ਸੀ ਤੇ ਮੈਂ ਵੇਟ ਕਰ ਰਹੀ ਸੀ ਆਪਣੀ ਪ੍ਰਾਈਮ ਏਸ਼ੀਆ ਦੀ ਟੀਮ ਦੀ। ਸੋ ਉੱਥੇ ਇੱਕ ਬਜ਼ੁਰਗ ਕਿਸਾਨ ਬੈਠੇ ਹੋਏ ਸੀ ਸਾਹਮਣੇ, ਜੋ ਕਿ ਹੁੱਕਾ ਪੀ ਰਹੇ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੇਖਿਆ ਵੀ ਇੱਕ ਕੁੜੀ ਖੜੀ ਆ, ਤੇ ਉਹਨਾਂ ਨੂੰ ਲੱਗਿਆ ਕਿ ਮੇਬੀ ਮੈਂ ਉਹਨਾਂ ਦੇ ਹੁੱਕੇ ਦਾ ਕਰਕੇ ਉੱਥੇ ਜਾ ਕੇ ਕੋਲ ਉਹਨਾਂ ਦੇ ਬਹਿ ਨਹੀਂ ਰਹੀ। ਤੇ ਉਹ ਮੇਰੇ ਕੋਲ ਆਏ ਉੱਠ ਕੇ, ਉਹ ਮੈਨੂੰ ਕਹਿੰਦੇ ਬੇਟਾ ਇੱਥੇ ਆ ਕੇ ਬਹਿ ਜਾਓ। ਤੇ ਮੈਂ ਕਿਹਾ ਵੀ ਨਹੀਂ, ਮੈਂ ਠੀਕ ਹਾਂ, ਕੋਈ ਗੱਲ ਨਹੀਂ। ਉਸ ਤੋਂ ਬਾਅਦ ਉਹਨਾਂ ਨੂੰ ਫਿਰ ਲੱਗਿਆ ਵੀ ਨਹੀਂ, ਇਹ ਕਾਫੀ ਦੇਰ ਦੀ ਖੜੀ ਹੋਈ ਹੈ ਤੇ ਮੈਂ ਵੀ ਬੱਚੀ ਨੂੰ ਇੱਥੇ ਬਿਠਾਵਾਂ, ਹਨਾ। ਮੈਨੂੰ ਕਹਿੰਦੇ ਬੇਟਾ ਅਸੀਂ ਸਾਰੇ ਉੱਠ ਜਾਂਦੇ ਆ, ਤੁਸੀਂ ਇੱਥੇ ਆ ਕੇ ਬੈਠੋ। ਵੀ ਤੁਸੀਂ, ਮੈਂ ਦੇਖ ਰਿਹਾ ਕਾਫੀ ਦੇਰ ਤੋਂ ਇੱਥੇ ਖੜੇ ਹੋ, ਤੁਸੀਂ ਜੇ ਕਿਸੇ ਦੀ ਵੇਟ ਵੀ ਕਰ ਰਹੇ ਹੋ, ਅਸੀਂ ਸਾਰੇ ਇੱਥੋਂ ਉੱਠਦੇ ਆ ਤੇ ਤੁਸੀਂ ਆ ਕੇ ਬੈਠ ਜਾਓ। ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਬਜ਼ੁਰਗੋ, ਕੋਈ ਐਸੀ ਗੱਲ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਐਜ਼ ਸੱਚ ਤੁਹਾਡੀ ਸੇਫਟੀ ਨੂੰ ਲੈ ਕੇ ਫਿਲਹਾਲ ਤੱਕ ਕੋਈ ਵੀ ਸਮੱਸਿਆ ਨਹੀਂ ਆ। ਸੋ ਡਰਨ ਦੀ ਵੀ ਲੋੜ ਨਹੀਂ ਹੈ ਕਿਸੇ ਤਰੀਕੇ ਨਾਲ।
ਸੇਫਟੀ Okay, ਆਈ Nazia. ਵੁੱਡ ਲਾਈਕ ਟੂ ਐਡ ਟੂ ਦਿਸ ਇਹ ਬਹੁਤ ਇੰਪੋਰਟੈਂਟ ਭੈਣ ਨੇ ਇੱਕ ਵਾਰ ਫੇਰ ਪੁਆਇੰਟ ਚੱਕਿਆ ਵੀ ਇੱਕ ਵਾਰ ਆਈ ਰਿਮੈਂਬਰ ਆਈ ਵਾਸ ਰੀਡਿੰਗ ਦਿਸ ਆਰਟੀਕਲ ਕਿਰਨ ਬੇਦੀ ਨੇ ਕਿਹਾ ਸੀ ਵੈਨ ਸ਼ੀ ਵਾਸ ਕਮਿਸ਼ਨਰ ਆਫ ਦਿੱਲੀ ਕਿ 83% ਆਫ ਈਵ ਟੀਜ਼ਿੰਗ ਕੇਸਸ ਪੰਜਾਬੀਆਂ ਦੇ ਨੇ, ਪੰਜਾਬੀਆਂ ਕਰਕੇ ਨੇ ਦਿੱਲੀ 'ਚ। ਇਹ ਪ੍ਰੋਟੈਸਟ ਤੇ 5 ਲੱਖ ਤੋਂ ਵੱਧ ਬੰਦਾ ਹੋਊਗਾ ਅਕ੍ਰੋਸ ਆਲ ਦ ਬਾਰਡਰਸ, ਇੱਕ ਵੀ ਨਾਟ ਇਵਨ ਅ ਸਿੰਗਲ ਕੰਪਲੇਂਟ ਆਫ ਈਵਨ। ਸਗੋਂ ਇਹ ਕਹਿੰਦੇ ਨੇ ਵੀ ਜੇ ਕੋਈ ਲੰਘ ਰਿਹਾ ਵੀ ਭੈਣੇ ਤੁਸੀਂ ਲੰਘ ਜਾਓ ਪਹਿਲਾਂ, ਤੁਹਾਡੇ ਲਈ ਰਾਹ ਛੱਡਦੇ ਨੇ। ਮਤਲਬ ਉੱਥੇ ਇੰਨੀ ਆਪਸ ਚ ਰਿਸਪੈਕਟ, ਅੰਡਰਸਟੈਂਡਿੰਗ, ਕਿਉਂਕਿ ਸਭ ਨੂੰ ਪਤਾ ਵੀ ਇਹ ਕਿਸ ਰੀਜ਼ਨ ਲਈ ਇੱਥੇ ਸਾਰੇ ਇਕੱਠੇ ਹੋਏ ਆ, ਦੇयर इज अ ਬਿਗਰ ਰੀਜ਼ਨ। ਤੇ ਵੈਸੇ ਵੀ ਮਤਲਬ ਇਹੋ ਜਿਹਾ ਮੈਂ ਜਿੰਨੇ ਵੀ ਦਿਨ ਉੱਥੇ ਗਈ ਆ ਜਾਂ ਮੇਰੇ ਜਿੰਨੇ ਵੀ ਉੱਥੇ ਹੋਰ ਮੇਰੇ ਨਾਲ ਦੇ ਕੁੜੀਆਂ ਬੀਬੀਆਂ ਉੱਥੇ ਕੰਮ ਕਰ ਰਹੀਆਂ, ਉਸ ਤੋਂ ਸੇਫ এনवायरमेंट ਜਾਂ ਉਸ ਤੋਂ ਜ਼ਿਆਦਾ ਪ੍ਰੋਟੈਕਟਡ ਤੁਸੀਂ ਕਿਤੇ ਨਹੀਂ ਫੀਲ ਕਰ ਸਕਦੇ। ਸਿੰਗੂ ਤੇ ਵੀ, ਟਿਕਰੀ ਤੇ ਵੀ, ਆਈ ਵਿਜ਼ਿਟਡ ਗਾਜ਼ੀਪੁਰ ਆਲਸੋ, ਉੱਥੇ ਵੀ ਮਤਲਬ ਦੇयर इज नॉट इवन अ सिंगल इंस्टेंट ਕਿ ਕੋਈ ਵੀ ਦਿੱਲੀ ਯੂਨੀਵਰਸਿਟੀ ਦੀਆਂ ਕੁੜੀਆਂ ਗਈਆਂ ਸੀ, ਮੇਰੇ ਨੋਨ ਸੀ, ਉਹਨਾਂ ਨੇ ਕੁਝ ਵੋਲੰਟੀਅਰ ਕਰਨਾ ਸੀ, ਉਹ ਗਈਆਂ। ਸਟਾਰਟਿੰਗ 'ਚ ਜਾ ਕੇ ਦੇਖਿਆ ਉਹਨਾਂ ਨੇ ਆਪਣੇ ਮਤਲਬ ਯੂਥ 'ਚ ਜੋਸ਼ ਤਾਂ ਹੈ ਵੀ ਉਹ ਉੱਥੇ ਸਲੋਗਨਰਿੰਗ ਕਰ ਰਹੇ ਆ, ਉੱਥੇ ਗਾਣੇ ਲਾਏ ਹੋਏ ਨੇ ਤਾਂ ਥੋੜਾ, ਬਟ ਉਹ ਇੰਨੇ ਜ਼ਿਆਦਾ ਕੰਫਰਟੇਬਲ ਫੀਲ ਹੋਏ ਉਸ ਤੋਂ। ਹੁਣ ਉਹ ਰੋਜ਼ ਆਉਂਦੇ ਨੇ ਉੱਥੇ ਬੱਚੇ, ਰੋਜ਼ ਆ ਕੇ ਉੱਥੇ ਉਹਨਾਂ ਨੇ ਕੋਈ ਵੋਲੰਟੀਅਰ ਕਰ ਰਿਹਾ, ਕੋਈ ਬੱਚਿਆਂ ਨੂੰ ਪੜ੍ਹਾ ਰਿਹਾ, ਕੋਈ ਸਲੋਗਨ ਲਿਖ ਰਿਹਾ, ਮਤਲਬ ਦੈਟ এনवायरमेंट ਇਜ਼ ਵੈਰੀ ਸੇਫ। ਤੇ ਉਹ ਹੋਮਲੀ এনवायरमेंट ਹੈ। ਤੁਸੀਂ 5 ਮਿੰਟ ਤੋਂ ਵੱਧ ਕਿਤੇ ਖੜੇ ਹੋਗੇ ਤੁਹਾਨੂੰ ਆਪ ਹੀ ਕੋਈ ਪੁੱਛ ਲੂਗਾ ਵੀ ਚਾਹ ਪੀ ਲਓ, ਕੁਝ ਖਾ ਲਓ, ਦੇ ਵਿਲ ਆਲ ਯੂ ਆਫਟਰ ਏਅਰ ਲੱਗਿਆ ਹੋਇਆ ਹੈ, ਤੁਹਾਨੂੰ ਪੂਰੀ ਇੱਜ਼ਤ ਦਿੰਦੇ ਨੇ, ਇੱਜ਼ਤ ਨਾਲ ਪੁੱਛਦੇ ਨੇ। ਮਤਲਬ ਉਸ ਤੋਂ ਜ਼ਿਆਦਾ ਅੱਛੀ ਫੀਲਿੰਗ ਕਿਤੇ ਜਾ ਕੇ ਆਂਦੀ ਨਹੀਂ। ਮੈਨੂੰ ਐ ਲੱਗਦਾ ਵੀ ਅੱਗੇ ਵੀ ਕੋਈ ਇਹੋ ਜਿਹੀ ਇੰਸਟੈਂਸ ਹੋਊਗਾ ਨਹੀਂ ਵੀ ਕੋਈ ਕਿਸੇ ਨੂੰ ਕਿਸੇ ਵੱਲੋਂ ਸ਼ਿਕਾਇਤ ਹੋਵੇ, ਜੈਂਡਰਡ ਵਾਇਲੈਂਸ ਜਾਂ ਜੈਂਡਰਡ ਸ਼ਿਕਾਇਤ ਕੋਈ ਨਹੀਂ ਹੋਏਗੀ ਉੱਥੇ। ਔਰ ਨਾਜ਼ੀਆ ਤੁਸੀਂ ਕਾਫੀ ਮਿਸ਼ਨਸ ਤੇ ਵੀ ਗਏ ਆ, ਬਾਹਰਲੇ ਸਟੇਟਾਂ ਤੇ ਵੀ ਗਏ ਆ, ਤੁਹਾਨੂੰ ਲੱਗਦਾ ਹੈ ਬਿਲਕੁਲ ਇਜ਼ ਇਟ ਅਲੱਗ ਫੀਲਿੰਗ ਹੈ? अब मैं सीए वाले टाइम लास्ट ईयर ਇਸੇ ਟਾਈਮ ਦਿੱਲੀ 'ਚ ਪ੍ਰੋਟੈਸਟ ਹੋ ਰਹੇ ਸੀਗੇ, ਉਦੋਂ ਵੀ ਆਪਾਂ ਕੰਮ ਕਰ ਰਹੇ ਸੀ, ਉੱਥੇ ਲੰਗਰ ਸੇਵਾ ਦੇ ਰਹੇ ਸੀਗੇ। ਜੋਸ਼ 'ਚ ਅਸਲੀ ਫਰਕ ਹੈ ਭੈਣ ਜੀ, ਮਤਲਬ ਦ ਗ੍ਰਿਟ, ਦ ਡਿਟਰਮੀਨੇਸ਼ਨ, ਦ ਪੈਸ਼ਨ, ਜਿਹੜਾ ਜੋਸ਼ ਤੇ ਜਿਹੜਾ ਤਰਕ ਵੀ ਹੈ ਉਹ ਵੀ ਮਤਲਬ ਹਰ ਕੋਈ ਹਾਈ ਲੈਵਲ ਤੇ ਹੈ। ਕਿਉਂ ਇਹ ਸਭ ਮਤਲਬ ਇਸ ਮੂਵਮੈਂਟ ਨੂੰ ਇੱਥੋਂ ਤੱਕ ਪਹੁੰਚਾਉਣ 'ਚ ਯੂਥ ਦਾ ਜਿੰਨਾ ਵੱਡਾ ਰੋਲ ਹੈ, ਓਨਾ ਹੀ ਆਪਣੇ ਵੱਡੇ ਬਜ਼ੁਰਗਾਂ ਦਾ ਰੋਲ ਹੈ, ਓਨਾ ਹੀ ਬੀਬੀਆਂ ਦਾ ਰੋਲ ਹੈ, ਓਨਾ ਹੀ ਬੰਦਿਆਂ ਦਾ ਰੋਲ ਹੈ। ਇਹ ਪੀਪਲਸ ਮੂਵਮੈਂਟ ਹੈ, ਇਹ ਕੰਪਲੀਟਲੀ ਪੀਪਲਸ ਮੂਵਮੈਂਟ ਹੈ, ਡਰਿਵਨ ਬਾਈ ਪੀਪਲ ਓਨਲੀ ਅਕ੍ਰੋਸ ਜੈਂਡਰਸ ਐਂਡ ਅਕ੍ਰੋਸ ਰਿਲੀਜਨਸ। ਹੁਣ ਤਾਂ ਸਪੇਅਰ ਹੈਡ ਆਪਣੇ ਪੰਜਾਬੀਆਂ ਨੇ ਕੀਤੀ ਹੈ, ਪਰ ਉਹਨਾਂ ਨੂੰ ਦੇਖ ਕੇ, ਆਪਣੇ ਜੋਸ਼ ਨੂੰ ਦੇਖ ਕੇ ਹੁਣ ਹਰ ਇਲਾਕੇ ਤੋਂ, ਹਰ ਰੀਜਨ ਤੋਂ ਲੋਕ ਆ ਰਹੇ ਨੇ ਅੱਗੇ। ਮਤਲਬ ਫਰਕ ਹੈਗਾ, ਕਾਫੀ ਫਰਕ ਹੈ। ਇਹ ਤਾਂ ਮਹਿਸੂਸ ਮੈਂ ਕੀਤਾ ਹੈ closely up and close ਕਿ ਆਪਣੇ ਜੋਸ਼ 'ਚ ਵੀ ਫਰਕ ਹੈ, ਆਪਣੀ ਗ੍ਰਿਟ 'ਚ ਵੀ ਫਰਕ ਹੈ, ਤੇ ਹਰ ਚੀਜ਼ ਦਾ ਨਾ ਆਪਣੇ ਕੋਲ ਸੋਲੂਸ਼ਨ ਹੈ। ਹੁਣ ਇੰਨਾ ਮੀਂਹ ਪੈ ਰਿਹਾ ਹੈ ਉੱਥੇ, ਕਿੰਨੇ ਬਜ਼ੁਰਗ ਕਿੰਨੇ ਤੰਗ ਹੋਏ, ਬਟ ਉਹਨਾਂ ਦੇ ਜੋਸ਼ 'ਚ ਕੋਈ ਕਮੀ ਨਹੀਂ ਆਈ। ਮਤਲਬ ਮੈਂ ਕੋਈ ਵੀ ਹੋਰ ਮੂਵਮੈਂਟ ਨੂੰ ਡਿਮੀਨ ਨਹੀਂ ਕਰ ਰਹੀ, ਬਟ ਮੈਂ ਕਹਿ ਰਹੀ ਹਾਂ ਆਪਣੇ ਬੰਦਿਆਂ 'ਚ, ਆਪਣੀਆਂ ਬੀਬੀਆਂ 'ਚ ਸਹਿਣ ਸ਼ਕਤੀ ਵੀ ਵੱਧ ਹੈ, ਟੋਲਰੈਂਸ ਵੀ ਵੱਧ ਹੈ, ਤੇ એનર્ਜੀ ਵੀ ਵੱਧ ਹੈ, ਕਾਫੀ ਵੱਧ ਹੈ। ਕੋਈ ਖਾਸ ਦਿੱਕਤ ਆ ਰਹੀ ਹੈ ਗਰਾਊਂਡ ਤੇ ਨਾਜ਼ੀਆ? ਕੋਈ ਇਹਨਾਂ ਨੂੰ ਕੀ ਇਸ਼ੂਜ਼ ਫੇਸ ਕਰਨੇ ਪਏ ਆ? ਪਿੱਛੇ ਜੇ ਕਹਿੰਦੇ ਸੀ ਹਾਈਜੀਨ ਦੀ ਇਸ਼ੂਜ਼ ਆ। ਹਾਂਜੀ, ਉਹੀ ਇੱਕ ਮੇਜਰ ਕੰਸਰਨ ਹੈ ਬਲਪੈਨ ਜੀ। ਇਫ ਜੇ ਵੱਡੇ ਲਾਰਜਰ ਕੰਟੈਕਸਟ 'ਚ ਦੇਖਿਆ ਜਾਵੇ ਤਾਂ ਇੰਨੇ ਕੋਈ ਹੋਰ ਇਸ਼ੂਜ਼ ਨਹੀਂ ਹੈ, ਐਕਸੈਪਟ ਕਿ ਸੈਨੀਟੇਸ਼ਨ ਵੀ ਫੀਮੇਲਸ, ਉਹ ਵੀ ਹਰ ਆਰਗੇਨਾਈਜੇਸ਼ਨ ਖਾਲਸਾ ਏਡ ਇੰਨਾ ਕੰਮ ਕਰ ਰਹੀ ਹੈ, ਉਹਦੇ ਤੇ ਆਪਾਂ ਵਾਸ਼ਰੂਮਸ ਬਣਵਾ ਰਹੇ ਹਾਂ, ਉੱਥੇ ਨੀਡ ਬੇਸਡ ਅਸੈਸਮੈਂਟ ਕਰਕੇ ਜਿੱਥੇ ਜਿੱਥੇ ਲੋੜ ਹੈ ਉੱਥੇ ਹਰ ਤਰ੍ਹਾਂ ਦੀ ਚੀਜ਼ ਪਹੁੰਚਾਈ ਜਾ ਰਹੀ ਹੈ। ਥੋੜੀ ਆਪਣੀਆਂ ਬੀਬੀਆਂ ਝਿਚਕਚਾ ਰਹੀਆਂ ਸੀ, ਬੱਚੇ ਝਿਚਕਚਾ ਰਹੇ ਸੀ, ਪਹਿਲਾਂ ਵੀ ਹੈਜ਼ਿਟੇਸ਼ਨ ਸੀ ਥੋੜੀ ਉਹਨਾਂ 'ਚ ਮੈਂਸਟਰਲ ਹਾਈਜੀਨ ਨੂੰ ਲੈ ਕੇ, ਉਹ ਵੀ ਆਪਾਂ ਵੋਲੰਟੀਅਰਸ ਭੇਜੇ ਉੱਥੇ। ਸਾਰਾ ਮਤਲਬ ਨੀਡ ਬੇਸਡ ਅਸੈਸਮੈਂਟ ਤਾਂ ਹਰ ਤਰ੍ਹਾਂ ਦੀ ਹੋ ਰਹੀ ਹੈ, ਬਟ ਪ੍ਰੋਬਲਮ ਤਾਂ ਹੈ ਕਿ ਸੈਨੀਟੇਸ਼ਨ ਦੀ ਟਿਕਰੀ ਬਾਰਡਰ 'ਚ ਥੋੜੀ ਹੈ, ਉੱਥੇ ਵਾਸ਼ਰੂਮਸ ਦੀ ਕਮੀ ਹੈ, ਉਹ ਵੀ ਸੌਟ ਆਊਟ ਹੋ ਰਹੀ ਹੈ, ਕਰ ਰਹੀਆਂ ਜਿੱਥੇ ਬੰਦੀਆਂ ਕੰਮ ਉਹਦੇ ਤੇ। ਠੰਡ ਹੈ, ਬਟ ਠੰਡ ਕੋਈ ਇੰਨੀ ਮਨਾ ਨਹੀਂ ਰਿਹਾ ਕਿਉਂਕਿ ਸਭ 'ਚ ਜੋਸ਼ ਇੰਨਾ ਹੈ ਤਾਂ ਉਹ। ਬਟ ਇੱਕ ਗੱਲ ਹੈ ਵੀ ਉੱਥੇ ਥੋੜਾ ਮੈਨੂੰ ਜਿਹੜੀ ਪਰਸਨਲੀ ਲੱਗੀ ਸੀ ਉਹ ਇਹ ਸੀਗਾ ਵੀ ਉੱਥੇ ਖਾਣੇ ਦਾ ਥੋੜਾ ਸਿਸਟਮ ਖਰਾਬ ਹੈ, ਬਿਕੋਜ਼ ਉੱਥੇ ਪਕੌੜੇ ਵੀ ਚੱਲ ਰਹੇ ਨੇ, ਉੱਥੇ ਵੱਡੇ ਬਜ਼ੁਰਗ ਨੇ, ਦੇ ਸ਼ੁਡ ਬੀ ਵੈਰੀ ਕੇਅਰਫੁਲ ਆਫ ਵਾਟ ਦੇ ਈਟਿੰਗ ਇਜ਼ ਮਾਈ ਓਨਲੀ ਕੰਸਰਨ ਵਾਸ ਦਿਸ। ਕਿਉਂਕਿ ਉੱਥੇ ਫਿਰ ਗਲਤ ਮਲਤ ਖਾ ਕੇ ਉੱਥੇ ਪ੍ਰੋਪਰ ਸੈਨੀਟੇਸ਼ਨ ਨਹੀਂ ਹੈ, ਤੇ ਉੱਪਰੋਂ ਦੀ ਫਿਰ ਹਾਰਟ ਪ੍ਰੋਬਲਮਸ ਨੇ, ਕਿਸੇ ਦਾ ਬੀਪੀ ਹਾਈ ਹੈ, ਕੋਲੇਸਟ੍ਰੋਲ ਹਾਈ ਹੈ, ਉਸ ਪੱਖੋਂ ਪ੍ਰੋਬਲਮ ਆ ਰਹੀ ਹੈ। ਬਟ all of this ਸਾਰਾ ਕੁਛ ਨਹੀਂ ਤੇ ਬਟ ਐਸ ਸੱਚ ਵੈਸੇ ਹੋਰ ਕੋਈ ਕਿਸੇ ਤਰੀਕੇ ਦੀ ਸੈਨੀਟੇਸ਼ਨ ਨੂੰ ਛੱਡ ਕੇ ਹੋਰ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਦਿੱਕਤ ਨਹੀਂ। ਮੈਂ ਕਹਿੰਦੀ ਸੀ ਹਰਮਨ, ਤੁਸੀਂ ਜਦੋਂ ਸਟੇਜ ਤੇ ਬੋਲੇ ਸੀਗੇ, ਦੇਖਿਆ ਸੀਗਾ ਬੜਾ ਜੋਸ਼ ਸੀਗਾ ਔਰ ਬਹੁਤ ਚੰਗੀ ਤੁਹਾਨੂੰ ਰਿਸੈਪਸ਼ਨ ਵੀ ਮਿਲੀ ਉੱਥੇ, ਲੇਡੀਜ਼ ਇੰਨੇ ਸੀਗੇ।
ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਹੁਣ ਗਾਹਾਂ ਕਿਸ ਤਰ੍ਹਾਂ ਹੋਊਗਾ? ਕੋਈ ਹੈਗੀ ਉਮੀਦ? ਯੂਨਿਟੀ ਤਾਂ ਜੋ ਮਿਲੀ ਆ ਇਸ ਅੰਦੋਲਨ 'ਚੋਂ, ਸਾਡੇ ਜਿਹੜਾ ਪਿਆਰ ਜਿੱਦਾਂ ਤੁਸੀਂ ਦੱਸਿਆ ਦੋਹਾਂ ਨੇ ਪਿਆਰ ਉੱਥੇ ਬਹੁਤ ਆ, ਰਿਸਪੈਕਟ ਇੱਕ ਦੂਜੇ ਦੀ ਬਹੁਤ ਆ, ਇਹ ਤਾਂ ਜਿੱਦਾਂ ਕਹਿੰਦੇ ਇਹਦੀ ਕੋਈ ਕੀਮਤ ਨਹੀਂ ਹੈਗੀ ਵੀ ਇਹ ਇੱਕ ਬਹੁਤ ਚੰਗੀ ਚੀਜ਼ ਨਿਕਲੀ ਆ ਇਹਦੇ ਵਿੱਚੋਂ। ਤਾਂ ਗਾਹਾਂ ਹੁਣ ਕੀ ਉਮੀਦ ਰੱਖਦੇ ਤੁਸੀਂ ਵੀ ਕੀ ਹੋਊਗਾ? ਭੈਣ ਜੀ ਮੈਨੂੰ ਇਹ ਲੱਗਦਾ ਕਿ ਹੁਣ ਜੋ ਇੱਕ ਸੋਚਣ ਦੀ ਦਿਸ਼ਾ ਹੈ ਨੌਜਵਾਨ ਪੀੜ੍ਹੀ ਦੇ ਤੌਰ ਤੇ, ਉਹਦੇ ਵਿੱਚ ਜ਼ਰੂਰ ਬਦਲਾਅ ਆਏਗਾ। ਜਿੱਥੇ ਪਹਿਲਾਂ ਪੰਜਾਬ ਨੂੰ ਇਹ ਕਹਿ ਕੇ ਭੰਡਿਆ ਜਾ ਰਿਹਾ ਸੀ ਕਿ ਇੱਥੇ ਤਾਂ ਜੀ ਨਸ਼ੇ ਨੇ ਖਤਮ ਕਰ ਦਿੱਤਾ, ਇੱਥੇ ਤਾਂ ਹੁਣ ਨੌਜਵਾਨੀ ਖਤਮ ਹੋ ਚੁੱਕੀ। ਨੋ ਡਾਊਟ ਇੱਕ ਫੇਜ਼ ਇਹੋ ਜਿਹਾ ਆਇਆ ਸੀ ਜਦੋਂ ਹਰ ਸਿਰਫ ਤੇ ਸਿਰਫ ਨਸ਼ੇ ਨਾਲ ਜੁੜਾ ਹੀ ਸਾਹਮਣੇ ਆਉਂਦੀਆਂ ਸੀ। ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਹੁੰਦਾ ਨਾ ਕਿ ਜਦੋਂ ਕਿਸੇ ਚੀਜ਼ ਦੀ ਕੋਈ ਬਹੁਤਾਤ ਹੋ ਜਾਂਦੀ ਹੈ ਫਿਰ ਉਹਨੂੰ ਇਨਸਾਨ ਨੂੰ ਝੰਜੋੜਨਾ ਜ਼ਰੂਰੀ ਹੁੰਦਾ ਹੈ। ਸੋ ਇਸ ਅੰਦੋਲਨ ਨੇ ਸਾਰਿਆਂ ਨੂੰ ਅੰਦਰੋਂ ਝੰਜੋੜਿਆ ਕਿ ਨਹੀਂ, ਅਸੀਂ ਪੰਜਾਬੀਆਂ, ਸਾਡੇ ਜਾਗਣ ਦਾ ਵੇਲਾ ਆ ਗਿਆ, ਸਾਡਾ ਗਲਤ ਦੇ ਖਿਲਾਫ ਖੜਨ ਦਾ ਵੇਲਾ ਆ ਗਿਆ, ਸੋ ਅਸੀਂ ਇਹਦੇ ਖਿਲਾਫ ਖੜੀਏ। ਸੋ ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਸੋਚ ਆ, ਸਾਡਾ ਜਿਹੜਾ ਫਿਊਚਰ ਆ, ਉਹਦੇ ਉੱਪਰ ਜ਼ਰੂਰ ਡੈਫੀਨੇਟਲੀ ਜਿਹੜਾ ਇੱਕ ਗੁੱਡ ਇੰਪੈਕਟ ਇਸ ਅੰਦੋਲਨ ਦਾ ਪਏਗਾ। ਔਰ ਦੂਸਰੇ ਬੰਨੇ ਜਿੱਥੇ ਇਹ ਕਿਹਾ ਜਾਂਦਾ ਸੀ ਫੀਮੇਲ ਫਿਟੀਸਾਈਡ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਆ, ਪੰਜਾਬ 'ਚ ਬਹੁਤ ਹੋਰ ਸਾਰੀਆਂ ਸਮੱਸਿਆਵਾਂ ਨੇ ਔਰਤਾਂ ਨੂੰ ਲੈ ਕੇ, ਉਹ ਵੀ ਕਿਤੇ ਨਾ ਕਿਤੇ ਹੁਣ ਸੋਚ ਦੇ ਵਿੱਚ ਲੋਕਾਂ ਦੀ 'ਚ ਤਬਦੀਲੀ ਆਏਗੀ। ਹੁਣ ਲੋਕ ਜਿਹੜੇ ਨੇ ਉਹ ਵੋਟ ਦੀ ਵਰਤੋਂ ਵੀ ਸੋਚ ਕੇ ਕਰਨਗੇ। ਹੁਣ ਲੋਕ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਬਾਰੇ 'ਚ ਜਾਗਰੂਕ ਹੋਣਗੇ। ਹੁਣ ਲੋਕ ਸਵਾਲ ਕਰਨਾ ਸਿੱਖ ਗਏ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਇਸੇ ਤਰੀਕੇ ਨਾਲ ਉਹ ਸਵਾਲ ਕਰਦੇ ਰਹੇ, ਜੇ ਗਲਤ ਦੇ ਖਿਲਾਫ ਖੜਦੇ ਰਹੇ, ਤਾਂ ਜਲਦੀ ਪੁਰਾਣਾ ਪੰਜਾਬ ਜਿਹੜਾ ਅਸੀਂ ਕਹਿੰਦੇ ਆ ਕਿ ਬਹੁਤ ਅਮੀਰ ਸੀ, ਸੋਨੇ ਦੀ ਚਿੜੀ ਸੀ, ਉਹ ਪੰਜਾਬ ਵਾਲੇ ਉਹ ਦਿਨ ਵੀ ਵਾਪਸ ਆਉਣਗੇ ਜੇ ਅਸੀਂ ਜਾਗਰੂਕ ਹੁੰਦੇ ਰਹੇ ਇਸੇ ਤਰੀਕੇ ਨਾਲ। ਬਹੁਤ ਅੱਛਾ। ਨਾਜ਼ੀਆ, how do you think ਵੀ ਗਾਹਾਂ ਫਿਊਚਰ ਸੁਣ ਕੇ ਕਿੱਧਰ ਨੂੰ ਲੱਗਦਾ ਵੀ ਮੋੜ ਹੋ ਰਿਹਾ ਪੰਜਾਬ ਦਾ? ਹਰ ਨੇਸ਼ਨ ਕਲਚਰ ਦੀ ਭੁੱਖੀ ਹੁੰਦੀ ਹੈ। ਜੇ ਤੁਸੀਂ ਉਹਨੂੰ ਚੰਗਾ ਕਲਚਰ ਦੋਗੇ ਉਹ ਚੰਗਾ ਕਲਚਰ ਅਡਾਪਟ ਕਰੇਗੀ, ਜੇ ਮਾੜਾ ਦੋਗੇ ਤਾਂ ਉਹ ਮਾੜਾ ਅਡਾਪਟ ਕਰ ਲੇਗੀ। ਆਪਣੇ ਇੱਥੇ ਥੋੜਾ ਜਿਹਾ ਪਿਛਲੇ ਡੈਕੇਡ ਔਰ ਸੋ ਤੋਂ ਕਲਚਰਲ ਵੈਕਿਊਮ ਬਣ ਗਿਆ ਸੀ ਇੱਕ, ਜੋ ਕਿ ਸਾਰਾ ਧਿਆਨ ਮਿਊਜ਼ਿਕ ਇੰਡਸਟਰੀ ਜਿਹੀਆਂ ਚੀਜ਼ਾਂ ਵੱਲ ਚਲਾ ਗਿਆ ਸੀ। ਇਸ ਮੂਵਮੈਂਟ ਨੇ ਉਹਨੂੰ ਇੱਕ ਡਾਇਰੈਕਸ਼ਨ ਦੇਤੀ, ਇੱਕ ਥੀਮ ਦੇਤੀ ਵੀ ਇਹਨਾਂ ਨੂੰ ਵੀ ਆਪਣਾ ਟਰੂ ਪੋਟੈਂਸ਼ੀਅਲ ਬਹੁਤ ਰਿਅਲਾਈਜ਼ ਹੋਇਆ ਆਪਣੇ ਯੂਥ ਨੂੰ। ਤੇ ਇਸ ਮੂਵਮੈਂਟ ਨੂੰ, ਮਤਲਬ ਇਹ ਛੋਟੀ ਜੀ ਕੋਈ ਮੂਵਮੈਂਟ ਨਹੀਂ ਹੈ, ਇਹ ਆਪਣੇ ਆਪ 'ਚ ਇੱਕ ਰੈਵੋਲਿਊਸ਼ਨ ਹੈ ਪੰਜਾਬ ਦੇ ਲਈ। ਜਿਹੜਾ ਵੀ ਯੂਥ ਇਹਦੇ ਨਾਲ ਐਸੋਸੀਏਟ ਹੋ ਰਿਹਾ ਹੈ, ਉਹ ਕੱਲ ਨੂੰ ਵਧੀਆ ਲੀਡਰ, ਵਧੀਆ ਲੀਡਰਸ਼ਿਪ, ਫੀਮੇਲ ਲੀਡਰਸ਼ਿਪ ਨਿਕਲੂਗੀ, ਫੀਮੇਲ ਪੋਲੀਟੀਸ਼ੀਅਨਸ ਨਿਕਲਣਗੇ ਇਸ ਮੂਵਮੈਂਟ 'ਚੋਂ। ਬਿਕੋਜ਼ ਯੂਥ ਆਪਣੇ ਆਪ ਨੂੰ ਇੰਨਾ ਇੱਕ ਤਾਂ ਅਵੇਅਰ ਹੋ ਗਿਆ, ਯੂਥ ਉੱਪਰੋਂ ਦੇ ਆਪਣਾ ਪੋਟੈਂਸ਼ੀਅਲ ਰਿਅਲਾਈਜ਼ ਕਰ ਰਿਹਾ ਵੀ ਅਸੀਂ ਕੀ ਕਰ ਸਕਦੇ ਹਾਂ, ਕਿੱਥੋਂ ਤੱਕ ਜਾ ਸਕਦੇ ਹਾਂ। ਉਹ ਇਸ ਕਰਕੇ ਕਲਚਰਲੀ ਵੀ ਤੇ ਈਵਨ ਡਿਵੈਲਪਮੈਂਟਲ ਵਾਈਜ਼ ਤੇ ਐਜ਼ ਅ ਆਈਡੈਂਟੀਟੀ ਫੀਮੇਲ, ਸਪੈਸ਼ਲੀ ਫੀਮੇਲ, ਕਿਉਂਕਿ ਆਈ ਹੈਵ ਸੀਨ ਬ੍ਰਿਲੀਅੰਟ ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਹੋਏ ਉੱਥੇ ਔਰਤਾਂ ਨੂੰ ਮੋਰਚਾ ਸਾਂਭਦੇ ਹੋਏ, ਟਿਕਰੀ ਬਾਰਡਰ ਤੇ ਸਟੇਜ ਸਾਂਭਦੇ ਹੋਏ ਔਰਤਾਂ ਨੂੰ, ਕੁੜੀਆਂ ਦੇ ਗਰੁੱਪ ਨੇ ਉੱਥੇ ਲਾਇਬ੍ਰੇਰੀਜ਼ ਬਣਾਈਆਂ ਹੋਈਆਂ ਨੇ। ਲਾਈਕ ਦਿਸ ਇਜ਼ ਹਾਊ ਦੇ ਆਰ ਇਨਕਰੇਜਿੰਗ। ਮਤਲਬ ਆਪਣਾ ਯੂਥ ਬਹੁਤ, ਜਿਹੜਾ ਜਿਹਨੂੰ ਕਹਿੰਦੇ ਸੀ ਥੋੜਾ ਜਿਹਾ ਭਟਕ ਗਿਆ, ਉਹ ਬਿਲਕੁਲ ਸਹੀ ਰਾਹ ਤੇ ਆ ਗਿਆ। ਤੇ ਇਹਦੇ ਫਰੂਟਸ ਆਪਾਂ ਨੂੰ ਆਉਣ ਵਾਲੇ ਕੁਝ 10-15 ਸਾਲ 'ਚ ਦੇਖਣ ਲੱਗ ਜਾਣਗੇ। ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਹੀ ਹੋਵੇ ਜਿਸ ਤਰ੍ਹਾਂ ਤੁਸੀਂ ਕਿਹਾ ਹੈ। ਵੈਰੀ ਹੋਪਫੁਲ ਲੱਗਦਾ ਹੈ। ਅਰਦਾਸਾਂ ਸਾਡੀਆਂ ਤੁਹਾਡੇ ਨਾਲ ਹੀ ਰਹਿੰਦੀਆਂ ਉੱਥੇ। ਥੈਂਕ ਯੂ। ਤਾਂ ਤੁਸੀਂ ਬਹੁਤ ਕੀਮਤੀ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਔਰ ਜਿਹੜੀਆਂ ਤੁਸੀਂ ਗੱਲਾਂ ਲੈ ਕੇ ਆਏ ਆ ਉਹ ਸਾਨੂੰ ਇੱਥੇ ਬੈਠਿਆਂ ਨੂੰ ਨਹੀਂ ਪਤਾ ਲੱਗਣੀਆਂ ਸੀਗੀਆਂ। ਸੋ ਥੈਂਕ ਯੂ ਸੋ ਮਚ। ਤਾਂ ਆਈ ਲੁੱਕ ਫੋਰਵਰਡ ਜੀ। ਥੈਂਕ ਯੂ ਭੈਣ ਜੀ, ਤੁਹਾਡਾ ਵੀ ਬਹੁਤ ਤੇ ਜਾਂਦੇ ਇੱਕ ਵਾਰ ਫਿਰ ਤੋਂ ਰਵੀ ਭਾਜੀ ਹੁਣਾਂ ਦਾ, ਤੁਹਾਡਾ, ਖਾਲਸਾ ਏਡ ਦਾ, ਪ੍ਰਾਈਮ ਏਸ਼ੀਆ ਟੀਵੀ ਦਾ, ਉਹਨਾਂ ਦਾ ਮੈਂ ਖਾਸ ਤੌਰ ਤੇ ਤਾਂ ਕਰਨਾ ਚਾਹੁੰਦੀ ਹਾਂ, ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦਾ ਥੈਂਕ ਯੂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਕਰਕੇ ਹੀ ਅਸੀਂ ਇਸ ਅੰਦੋਲਨ ਦਾ ਵੀ ਹਿੱਸਾ ਬਣ ਸਕੇ ਔਰ ਇਹ ਇੱਕ ਹਿਸਟਰੀ ਕ੍ਰੀਏਟ ਹੋਈ ਹੈ। ਅਸੀਂ ਆਪਣੀਆਂ ਪੀੜ੍ਹੀਆਂ ਨੂੰ, ਅਗਲੀਆਂ ਨੂੰ ਦੱਸ ਸਕਾਂਗੇ ਵੀ ਅਸੀਂ ਇਸ ਅੰਦੋਲਨ ਦਾ ਹਿੱਸਾ ਬਣੇ ਸੀ। ਸੋ ਇਹ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ। ਸੋ ਇੱਕ ਵਾਰ ਫਿਰ ਤੋਂ ਖਾਲਸਾ ਏਡ ਦਾ, ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦਾ, ਤੁਹਾਡਾ ਸਾਰਿਆਂ ਦਾ, ਨਾਜ਼ੀਆ ਭੈਣ ਦਾ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੌਕਾ ਦਿੱਤਾ ਕਿ ਅਸੀਂ ਆਪਣੇ ਐਕਸਪੀਰੀਐਂਸਸ ਇੱਥੇ ਆ ਕੇ ਤੁਹਾਡੇ ਨਾਲ ਸਾਂਝੇ ਕਰ ਸਕੀਏ। ਥੈਂਕ ਯੂ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਬਲਪ੍ਰੀਤ ਜੀ। ਵਾਹਿਗੁਰੂ ਜੀ ਕੀ ਫਤਿਹ। Right now, the world's largest peaceful protest is happening, and most people have no idea. And that is just the start of the issues. It's not just me.
Suhani Patel, Isha Kode, Kim Kumari, Isha Jog, Janu, Anjali Nair, Suhani Jani, Simran Kohli, Nikita Regula, Vani Sharma, Shivali, Alyssa Das, Shivali Kadam, Manya Saraswat, Afroza Nishi, Celine, Sinjani and Luri, and Abrami Krishnan. we are all working together. South Asian women, we ask that you please help. Here are 3 ways how. Please share what is going on to these farmers in your network. You never know who can help. Or go directly to CasaAid.org to ensure farmers have resources like blankets and shoes during the winter to survive, food to help sustain themselves and their families, as well as medical support. If you'd prefer donating to one of us women, we will be collecting donations and sending it to Khalsa Aid directly. Whether it is $1 or $100, you're making a difference for someone. And supporting a movement that is deeply personal and important to each of us. So thank you. Having a heart to serve and share is one thing. But having that same passion when it comes to a complete stranger is what we are asking of you right now. Let's normalize addressing issues loved ones experience here at home, but also across the world. And of course, let's normalize fighting for what is right, even when it's unknown or not discussed by many. Because maybe one person will learn about these issues and feel inspired to do something about it in their own community. Because injustice anywhere is a threat to justice everywhere. We stand with farmers, and we hope you stand with us. All of us South Asian women from across the United States are connected to pageantry, an activity we recognize is responsible for some of the largest worldwide philanthropic impacts, as well as, historically, among the most effective means to bring attention and awareness to issues that matter. We thank you for your time and your support. It means more than you might know. For any questions or comments, please feel free to reach out.